ਉਸ ਤੋਂ ਬਾਅਦ ਪਹਿਲਾਂ ਸਰਕਾਰ ਦਾ ਨੋਟੀਫਿਕੇਸ਼ਨ ਇੱਕ ਆਉਂਦਾ, ਨੋਟੀਫਿਕੇਸ਼ਨ ਰਾਹੀਂ ਜਿਹੜੀ ਕੱਲੀ ਜਿਹੜੀ ਟਿਊਸ਼ਨ ਫੀਸ ਆ ਉਸ ਨੂੰ ਭਰਨ ਦੀ ਜਿਹੜੀ ਗੱਲ ਹੈ ਸਰਕਾਰ ਵੱਲੋਂ ਕਹੀ ਜਾਂਦੀ ਹੈ। ਦੋਵੇਂ ਉਮੀਦ ਸੀ ਚਲੋ ਮਹੀਨਾ 2 ਮਹੀਨੇ, ਕਿਸੇ ਨੂੰ ਇਹ ਬਿਮਾਰੀ ਬਾਰੇ ਬਹੁਤਾ ਨੌਲੇਜ ਨਹੀਂ ਸੀ ਵੀ ਇੰਨਾ ਲੰਮਾ ਪੀਰੀਅਡ ਚੱਲੂਗਾ। ਤੇ ਉਦੋਂ ਸਿੱਖਿਆ ਮੰਤਰੀ ਸਿੰਗਲਾ ਸਾਹਿਬ ਦਾ ਇੱਕ ਬਿਆਨ ਆਉਂਦਾ ਵੀ ਕਿਸੇ ਵੀ ਸਕੂਲ ਨੇ ਕੋਈ ਵੀ ਬੱਚਿਆਂ ਤੋਂ ਫੀਸ ਨਹੀਂ ਲੈਣੀ ਜੀ, ਅਗਰ ਕੋਈ ਫੀਸ ਲਊਗਾ ਤਾਂ ਅਸੀਂ ਉਹਦੇ 'ਤੇ ਕਾਰਵਾਈ ਕਰਾਂਗੇ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਇੱਕ ਕਾਂਗਰਸੀ ਲੀਡਰ ਨੂੰ ਨਾਲ ਲੈ ਕੇ ਸਿੰਗਲਾ ਸਾਹਿਬ ਨੂੰ ਮਿਲਣ ਜਾਂਦੇ ਨੇ ਜੀ। ਉਹਨਾਂ ਦੀ ਮੁਲਾਕਾਤ ਹੁੰਦੀ ਹੈ। ਚੌਥੇ ਦਿਨ ਸਿੰਗਲਾ ਸਾਹਿਬ ਦਾ ਬਿਆਨ ਆ ਜਾਂਦਾ ਜੀ ਕਿ ਅਸੀਂ ਇਸ ਚੀਜ਼ ਨੂੰ ਐਨਾਲਾਈਜ਼ ਕਰਾਂਗੇ, ਉਸ ਹਿਸਾਬ ਨਾਲ ਦੇਖਾਂਗੇ ਫੀਸਾਂ ਕਿੱਦਾਂ ਲੈਣੀਆਂ ਨੇ ਜੀ। ਇਸ ਮੀਟਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ? ਫਿਰ ਇਹਦਾ ਮਤਲਬ ਵੀ ਸਰਕਾਰ ਨਾਲ ਸਕੂਲ ਐਸੋਸੀਏਸ਼ਨ ਹੈ ਜਾਂ ਸਕੂਲਾਂ ਵੱਲੋਂ ਸਾਂਠਗਾਂਠ ਕੀਤੀ ਗਈ? ਮੈਟਰ 'ਚ ਇੱਕ ਫੈਸਲਾ ਆਉਂਦਾ, ਫਾਈਨਲ ਆਰਡਰ ਉਸ ਤੋਂ ਬਾਅਦ 2-3 ਸੁਣਵਾਈਆਂ ਤੋਂ ਬਾਅਦ ਆ ਜਾਂਦਾ ਜੀ ਕਿ ਜੀ ਤੁਸੀਂ 100% ਫੀਸਾਂ ਦੇਣੀਆਂ ਨੇ ਜੀ, ਜੋ ਸਕੂਲ ਮੰਗੂਗਾ ਤੁਸੀਂ ਸਾਰਾ ਕੁਝ ਦੇਣਾ ਜੀ। ਬੱਚੇ ਨੇ ਟਰਾਂਸਪੋਰਟੇਸ਼ਨ ਦਾ ਕਦੇ ਝੂਟਾ ਲੈ ਕੇ ਨਹੀਂ ਦੇਖਿਆ ਜੀ, ਕੋਈ ਲੈਣ ਨਹੀਂ ਆਇਆ, ਬੱਚਾ ਘਰ ਬੈਠਾ ਜੀ, ਅਸੀਂ ਕਿੱਦਾਂ ਉਹ ਫੀਸਾਂ ਦੇ ਦਈਏ ਜੀ? ਅਸੀਂ ਕਹਿੰਦੇ ਤੁਸੀਂ ਸਰਕਾਰ ਤੋਂ ਨਾ ਮੰਗੋ, ਤੁਹਾਨੂੰ ਟੀਚਰਾਂ ਦੀਆਂ, ਨਾਨ ਟੀਚਿੰਗ ਸਟਾਫ ਦੀਆਂ ਜਾਂ ਹੋਰ ਵੀ ਥੋੜਾ ਕੋਈ ਖਰਚਾ ਮਾੜਾ ਮੋਟਾ ਹੈਗਾ, ਤੁਸੀਂ ਸਰਕਾਰ ਤੋਂ ਮੰਗੋ ਹੀ ਨਾ ਜਾਈ ਕਿ ਤੁਹਾਡੇ ਨਾਨ ਟੀਚਿੰਗ ਸਟਾਫ ਦੀਆਂ ਸੈਲਰੀਆਂ ਪੇਰੈਂਟਸ ਦੇਣਗੇ ਜੀ। ਇਮਾਨਦਾਰੀ ਰੱਖੋ, ਇਮਾਨਦਾਰੀ ਨਾਲ ਦੱਸ ਦਿਓ ਜੀ ਸਾਡੇ ਟੀਚਰਾਂ ਦੀ ਸੈਲਰੀ ਇੰਨੇ, ਨਾਨ ਟੀਚਿੰਗ ਸਟਾਫ ਦੀਆਂ ਇੰਨੀਆਂ ਸੈਲਰੀਆਂ, ਇੰਨੇ ਪੈਸੇ ਦਾ ਸਾਨੂੰ ਖਰਚਾ, ਤੁਸੀਂ ਛੱਡੋ ਯਾਰ ਸਰਕਾਰ ਨੂੰ, ਅਸੀਂ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਅੱਜ ਕੱਲ੍ਹ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮਾਪਿਆਂ ਦਾ ਤੇ ਸਕੂਲਾਂ ਦਾ ਜਿਹੜਾ ਕਲੈਸ਼ ਹੈ ਉਹ ਆਮ ਦੇਖਣ ਨੂੰ ਮਿਲ ਰਿਹਾ, ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਜਿਹਦੇ ਵਿੱਚ ਮਾਪੇ ਫੀਸਾਂ ਦੇਣ ਨੂੰ ਤਿਆਰ ਨਹੀਂ, ਜਦੋਂ ਕਿ ਸਕੂਲਾਂ ਵੱਲੋਂ ਫੀਸਾਂ ਦੀ ਮੰਗ ਕੀਤੀ ਜਾਂਦੀ ਹੈ। ਕਿਉਂਕਿ ਇਹ ਮਸਲਾ ਬੜਾ ਪੇਚੀਦਾ ਹੈ, ਕਿਉਂਕਿ ਇਹਦੇ ਤੇ ਵੱਖ-ਵੱਖ ਜੱਜਮੈਂਟਸ ਹੈ ਜਿਹੜੀਆਂ ਉਹ ਮਾਣਯੋਗ ਅਦਾਲਤਾਂ ਵੱਲੋਂ ਦਿੱਤੀ ਜਾ ਚੁੱਕੀ ਹੈ, ਚਾਹੇ ਉਹ ਮਾਣਯੋਗ ਹਾਈ ਕੋਰਟ ਹੋਵੇ ਜਾਂ ਸੁਪਰੀਮ ਕੋਰਟ ਹੋਵੇ। ਪਰ ਕਿਤੇ ਨਾ ਕਿਤੇ ਮਾਪਿਆਂ ਦੇ ਵਿੱਚ ਜ਼ਰੂਰ ਸ਼ੰਕਾਵਾਂ ਖੜੀਆਂ ਨੇ, ਮਾਪਿਆਂ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਫੈਸਲਿਆਂ ਦੇ ਸੰਬੰਧੀ ਪੂਰਨ ਤੌਰ ਤੇ ਜਾਣਕਾਰੀ ਨਹੀਂ ਸੀ। ਸੋ ਸਾਡਾ ਇੱਕ ਮਕਸਦ ਸੀ ਕਿ ਇਹ ਜਾਣਕਾਰੀ ਮਾਪਿਆਂ ਨੂੰ ਦਿੱਤੀ ਜਾਵੇ ਜਿਹੜੇ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਚਿੰਤਤ ਵੀ ਨੇ ਤੇ ਉਹਨਾਂ ਦੀਆਂ ਫੀਸਾਂ ਤੋਂ ਭਰਨ ਤੋਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜਿਹੜੀ ਡਿਸਟਰਬੈਂਸ ਵੀ ਜ਼ਰੂਰ ਹੈ। ਸੋ ਸਾਡੇ ਨਾਲ ਭਗਵੰਤ ਸਿੰਘ ਜੀ ਮੌਜੂਦ ਨੇ ਜੋ ਕਿ ਸਾਂਝਾ ਪੰਜਾਬ ਸਾਂਝੀ ਆਵਾਜ਼ ਮੰਚ ਨਾਲ ਜੁੜੇ ਹੋਏ ਨੇ, ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੀਆਂ ਪੇਰੈਂਟਸ ਐਸੋਸੀਏਸ਼ਨਸ ਨੇ ਉਹ ਵੀ ਇਹਨਾਂ ਨਾਲ ਅਟੈਚ ਹੋ ਕੇ ਸਾਂਝੇ ਰੂਪ ਦੇ ਵਿੱਚ ਕੰਮ ਕਰ ਰਹੇ ਨੇ। ਇਹਨਾਂ ਤੋਂ ਅਸੀਂ ਇਹ ਜਾਣਾਂਗੇ ਕਿ ਆਖਰ ਜਿਹੜੇ ਫੈਸਲੇ ਆਏ ਨੇ ਉਹ ਫੈਸਲੇ ਕੀ ਨੇ, ਉਹਨਾਂ ਫੈਸਲਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਮਾਣਯੋਗ ਅਦਾਲਤ ਵੱਲੋਂ ਦਿੱਤੀ ਗਈ ਹੈ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਇੰਡੋਜ਼ ਟੀਵੀ ਦੇ ਜਿੰਨੇ ਵੀ ਸਰੋਤੇ ਨੇ ਤੇ ਜਿੰਨੀ ਵੀ ਤੁਹਾਡੀ ਪਰਿਵਾਰ ਦੀ ਟੀਮ ਹੈ ਜੀ, ਸਾਰਿਆਂ ਨੂੰ ਫਤਿਹ ਬੁਲਾਉਣਾ ਜੀ। ਨਾਲ ਹੀ ਧੰਨਵਾਦ ਕਰਦਾ ਜੀ ਕਿ ਤੁਸੀਂ ਅੱਜ ਪੰਜਾਬ ਦਾ ਜਿਹੜਾ ਬਹੁਤ ਭਖਦਾ ਮਸਲਾ ਜੀ ਅੱਜ ਫੀਸਾਂ ਵਾਲਾ, ਉਹਦੇ ਬਾਰੇ ਮੈਨੂੰ ਆਪਣੇ ਵਿਚਾਰ ਰੱਖਣ ਲਈ ਸਮਾਂ ਦਿੱਤਾ ਹੈ। ਬਹੁਤ ਬਹੁਤ ਧੰਨਵਾਦ ਜੀ। ਭਗਵਾਨ ਜੀ, ਪਹਿਲਾ ਸਵਾਲ ਹੀ ਮੇਰਾ ਇਹ ਹੈ, ਕਿਉਂਕਿ ਹੁਣ ਜਦੋਂ ਕੋਈ ਵੀ ਬੱਚੇ ਦੇ ਜਿਹੜੇ ਮਾਪੇ ਨੇ ਜਦੋਂ ਸਕੂਲਾਂ 'ਚ ਜਾਂਦੇ ਆ, ਰਿਜ਼ਲਟ ਲੈਣ ਵਾਸਤੇ ਜਾਂਦੇ ਆ ਜਾਂ ਨਵੀਂ ਐਡਮਿਸ਼ਨ ਵਾਸਤੇ ਜਾਂਦੇ ਆ, ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਆਪਸੀ ਮਤਭੇਦ ਜਾਂ ਆਪਸੀ ਕਲੈਸ਼ ਆ ਉਹ ਖੜਾ ਹੋ ਜਾਂਦਾ ਫੀਸਾਂ ਦੇ ਮਾਮਲੇ ਨੂੰ ਲੈ ਕੇ। ਕਿਉਂਕਿ ਪਹਿਲਾਂ ਇਹ ਮਾਮਲਾ ਸਰਕਾਰ ਦੇ ਹੱਥ 'ਚ, ਸਰਕਾਰ ਵੱਲੋਂ ਨੋਟੀਫਿਕੇਸ਼ਨ ਇਸ ਸੰਬੰਧੀ ਜਾਰੀ ਕੀਤੇ ਗਏ, ਉਦੋਂ ਬਾਅਦ ਇਹ ਮਾਮਲਾ ਜਿਹੜਾ ਅਦਾਲਤਾਂ ਰਾਹੀਂ ਵੀ ਜਿਹੜੇ ਇਹਦੇ ਵੱਖ-ਵੱਖ ਫੈਸਲੇ ਆ ਜਿਹੜੇ ਆਏ ਆ। ਥੋੜ੍ਹਾ ਦੱਸੋਗੇ ਕਿ ਸਟਾਰਟਿੰਗ ਤੋਂ ਜਦੋਂ ਕੋਵਿਡ ਦੀ ਸਿਚੁਏਸ਼ਨ ਪੈਦਾ ਹੁੰਦੀ ਹੈ ਉਸ ਤੋਂ ਬਾਅਦ ਪਹਿਲਾਂ ਸਰਕਾਰ ਦਾ ਨੋਟੀਫਿਕੇਸ਼ਨ ਇੱਕ ਆਉਂਦਾ, ਨੋਟੀਫਿਕੇਸ਼ਨ ਰਾਹੀਂ ਜਿਹੜੀ ਕੱਲੀ ਜਿਹੜੀ ਟਿਊਸ਼ਨ ਫੀਸ ਆ ਉਸ ਨੂੰ ਭਰਨ ਦੀ ਜਿਹੜੀ ਗੱਲ ਹੈ ਸਰਕਾਰ ਵੱਲੋਂ ਕਹੀ ਜਾਂਦੀ ਹੈ। ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਅਦਾਲਤਾਂ ਦੇ ਵਿੱਚ ਇਹ ਪ੍ਰੋਸੈਸ ਕਿਸ ਤਰ੍ਹਾਂ ਹੋਇਆ, ਕੀ ਫੈਸਲੇ ਆਏ, ਵਿਸਥਾਰ 'ਚ ਜਾਣਕਾਰੀ ਦਿਓ। ਦੇਖੋ ਜੀ, ਗੱਲ ਇਹ ਹੈ, ਪਹਿਲਾਂ ਤਾਂ ਸਟਾਰਟਿੰਗ ਤੋਂ ਗੱਲ ਕਰ ਲਈ, ਜਦੋਂ ਕਰੋਨਾ ਦਾ ਇਹ ਪੀਰੀਅਡ ਸਟਾਰਟ ਹੁੰਦਾ ਜੀ ਉਦੋਂ ਤਾਂ ਕਿਸੇ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਇੰਨਾ ਲੰਮਾ ਚਲਾ ਜਾਏਗਾ ਜੀ। ਦੋਵੇਂ ਉਮੀਦ ਸੀ ਚਲੋ ਮਹੀਨਾ 2 ਮਹੀਨੇ, ਕਿਸੇ ਨੂੰ ਇਹ ਬਿਮਾਰੀ ਬਾਰੇ ਬਹੁਤਾ ਨੌਲੇਜ ਨਹੀਂ ਸੀ ਵੀ ਇੰਨਾ ਲੰਮਾ ਪੀਰੀਅਡ ਚੱਲੂਗਾ। ਤੇ ਉਦੋਂ ਸਿੱਖਿਆ ਮੰਤਰੀ ਸਿੰਗਲਾ ਸਾਹਿਬ ਦਾ ਇੱਕ ਬਿਆਨ ਆਉਂਦਾ ਵੀ ਕਿਸੇ ਵੀ ਸਕੂਲ ਨੇ ਕੋਈ ਵੀ ਬੱਚਿਆਂ ਤੋਂ ਫੀਸ ਨਹੀਂ ਲੈਣੀ ਜੀ, ਅਗਰ ਕੋਈ ਫੀਸ ਲਊਗਾ ਤਾਂ ਅਸੀਂ ਉਹਦੇ 'ਤੇ ਕਾਰਵਾਈ ਕਰਾਂਗੇ ਜੀ। ਇਸ ਤੋਂ 3 ਦਿਨਾਂ ਬਾਅਦ ਹੀ ਦੇਖੋ ਕਰੋਨਾ ਪੀਕ 'ਤੇ ਹੈ, ਪੰਜਾਬ 'ਚ ਪੂਰੀ ਤਰ੍ਹਾਂ ਕਰਫਿਊ ਲੱਗਿਆ ਹੋਇਆ। ਪੰਜਾਬ 'ਚ ਕਹਿ ਲਓ ਪਰਿੰਦਾ ਨਹੀਂ ਪਰ ਮਾਰ ਸਕਦਾ ਜੀ, ਕਿਸੇ ਬੰਦੇ ਦਾ ਘਰ ਤੋਂ ਨਿਕਲਣਾ ਤਾਂ ਬਹੁਤ ਦੂਰ ਦੀ ਗੱਲ ਸੀ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਇੱਕ ਕਾਂਗਰਸੀ ਲੀਡਰ ਨੂੰ ਨਾਲ ਲੈ ਕੇ ਸਿੰਗਲਾ ਸਾਹਿਬ ਨੂੰ ਮਿਲਣ ਜਾਂਦੇ ਨੇ ਜੀ। ਬਿਆਨ ਕੀ ਆਉਂਦਾ ਕਿ ਉਹਨਾਂ ਨਾਲ ਚਾਹ ਪੀਣ ਗਏ ਨੇ ਜੀ।
ਉੱਥੇ ਚਾਹ ਪੀਣ ਦਾ ਮਤਲਬ ਕੀ ਹੈ? ਉਹ ਇੱਕ ਬਿਆਨ ਆਉਂਦਾ, ਤੀਜੇ ਦਿਨ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਚੌਥੇ ਦਿਨ ਸਿੰਗਲਾ ਸਾਹਿਬ ਦਾ ਬਿਆਨ ਆ ਜਾਂਦਾ ਜੀ ਕਿ ਅਸੀਂ ਇਸ ਚੀਜ਼ ਨੂੰ ਐਨਾਲਾਈਜ਼ ਕਰਾਂਗੇ, ਉਸ ਹਿਸਾਬ ਨਾਲ ਦੇਖਾਂਗੇ ਫੀਸਾਂ ਕਿੱਦਾਂ ਲੈਣੀਆਂ ਨੇ ਜੀ। ਇਸ ਮੀਟਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ? ਫਿਰ ਇਹਦਾ ਮਤਲਬ ਵੀ ਸਰਕਾਰ ਨਾਲ ਸਕੂਲ ਐਸੋਸੀਏਸ਼ਨ ਹੈ ਜਾਂ ਸਕੂਲਾਂ ਵੱਲੋਂ ਸਾਂਠਗਾਂਠ ਕੀਤੀ ਗਈ? ਬਿਲਕੁਲ ਜੀ, ਵੈਸੇ ਤਾਂ ਉਹੀ ਕਹਿੰਦੇ ਵੀ ਕੁਛ ਨਾ ਕੁਛ ਤਾਂ ਕੰਪਰੋਮਾਈਜ਼ ਹੋਏ ਨਾ, ਕੁਛ ਨਾ ਕੁਛ ਤਾਂ ਪਲਾਨ ਹੋਇਆ ਉਸ ਚੀਜ਼ ਨੂੰ, ਉਹਨਾਂ ਨੇ ਕੋਈ ਉਹਨਾਂ ਨੂੰ ਦੱਸੀ ਕਾਰਨ ਦੱਸਿਆ ਹੈ। ਮਤਲਬ ਮੈਂ ਉਹਦੇ ਬਾਰੇ ਗੱਲ ਨਾ ਹੀ ਕਰਾਂ ਤਾਂ ਚੰਗੀ ਗੱਲ ਹੈ ਵੀ ਮੈਂ ਕਿਸੇ ਦੀ ਦੂਸ਼ਣਬਾਜ਼ੀ ਕਰੀਏ। ਦੇਖੋ ਜਦੋਂ ਪਰਿੰਦਾ ਪਰ ਨਹੀਂ ਮਾਰਦਾ, ਕਰਫਿਊ ਪੂਰਾ ਲੱਗਿਆ ਤਾਂ ਕਿਸੇ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ। ਘਰੋਂ ਕੋਈ ਨਾਰਮਲ ਬੰਦਾ ਨਿਕਲਦਾ ਉਹਦੇ ਡਾਂਗਾਂ ਪੈਂਦੀਆਂ ਨੇ, ਪੁਲਿਸ ਕਿਵੇਂ ਕੁੱਟਦੀ ਸਭ ਨੂੰ ਦੇਖਿਆ ਪਤਾ ਹੈ। ਪ੍ਰਾਈਵੇਟ ਐਸੋਸੀਏਸ਼ਨ ਦੇ ਪ੍ਰਧਾਨ ਕਿੱਦਾਂ ਜਾ ਕੇ ਐਜੂਕੇਸ਼ਨ ਮਿਨਿਸਟਰ ਨੂੰ ਮਿਲਦੇ ਔਰ ਨੈਕਸਟ ਡੇ ਐਜੂਕੇਸ਼ਨ ਮਿਨਿਸਟਰ ਦਾ ਬਿਆਨ ਚੇਂਜ ਹੋ ਜਾਂਦਾ ਹੈ। ਇਹ ਤਾਂ ਸਾਫ਼ ਜ਼ਾਹਿਰ ਹੈ ਨਾ ਵੀ ਕੋਈ ਨਾ ਕੋਈ ਸਾਂਠਗਾਂਠ ਤਾਂ ਹੋਈ ਹੈ ਜੀ। ਅਸੀਂ ਚਲੋ ਇਸ ਨੂੰ ਵੀ ਪਿੱਛੇ ਰੱਖ ਦਿੰਦੇ ਹਾਂ ਜੀ। ਉਸ ਤੋਂ ਬਾਅਦ ਕੀ ਹੁੰਦਾ ਜੀ, 14/5 ਨੂੰ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੰਦੀ ਹੈ ਦਿੱਲੀ ਹਾਈ ਕੋਰਟ ਦੇ ਫੈਸਲੇ ਦੇ ਆਧਾਰ ਤੇ ਕਿ ਜੀ ਜਿਹੜੇ ਸਕੂਲਾਂ ਨੇ ਆਨਲਾਈਨ ਕਲਾਸਿਸ ਦਿੱਤੀਆਂ ਨੇ ਉਹ ਸਿਰਫ ਟਿਊਸ਼ਨ ਫੀਸ ਲੈਣਗੇ ਜੀ। ਤੇ ਮਾਪਿਆਂ ਤੋਂ ਸਾਡੇ ਤੋਂ ਕਾਫੀ ਪ੍ਰਤੀਕਿਰਿਆ ਇਹਨਾਂ ਬਾਰੇ ਲਈਆਂ ਗਈਆਂ ਜੀ। ਮਾਪਿਆਂ ਨਾਲ ਸਾਡੀ ਗੱਲ ਹੁੰਦੀ ਰਹੀ ਹੈ, ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਰਿਹਾ ਜਾਂ ਮੈਨੂੰ ਫੋਨ ਕਾਲ ਆਉਂਦੀਆਂ ਨੇ। ਸਾਰਿਆਂ ਨੂੰ ਅਸੀਂ ਇਹ ਕਿਹਾ ਯਾਰ ਦੇਖੋ ਟੀਚਰਸ ਦੀਆਂ ਸੈਲਰੀਆਂ ਦੇਣੀਆਂ ਨੇ, ਸਕੂਲਾਂ ਨੂੰ ਬੰਦ ਨਹੀਂ ਕਰ ਸਕਦੇ ਅਸੀਂ। ਕੁਛ ਨਾ ਕੁਛ ਦੇਖੋ ਆਨਲਾਈਨ ਕਲਾਸਿਸ ਕੁਛ ਇੱਕ ਸਕੂਲਾਂ ਨੇ ਉਦੋਂ ਤੱਕ ਦਿੱਤੀਆਂ ਸੀ, ਪੂਰੀਆਂ ਪ੍ਰੋਪਰ ਉਦੋਂ ਵੀ ਨਹੀਂ ਸੀ ਦੇ ਰਿਹਾ ਕੋਈ। ਕੁਛ ਸਕੂਲਾਂ ਨੇ ਉਹਨਾਂ ਕੋਲ ਸਿਸਟਮ ਸੀਗਾ ਉਹ ਦਿੰਦੇ ਰਹੇ ਜੀ। ਅਸੀਂ ਇੱਕ ਦੇਖੋ ਇਹੀ ਕਿਹਾ ਨਾ ਜੀ ਤੁਹਾਡੇ ਬੱਚੇ ਨੂੰ ਆਨਲਾਈਨ ਕਲਾਸ ਮਿਲੀ ਹੈ ਤਾਂ ਤੁਸੀਂ ਟਿਊਸ਼ਨ ਫੀਸ ਦੇਣੀ ਹੈ, ਪਰ ਟਿਊਸ਼ਨ ਫੀਸ ਕੋਈ ਜ਼ਿਆਦਾ ਨਹੀਂ ਸੀ ਜੀ। ਮਾਪੇ ਕਹਿੰਦੇ ਚਲੋ ਦੇ ਦਿਆਂਗੇ ਜੀ। ਲੇਕਿਨ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਲਾਲਚ ਹੈ ਜੀ ਉਹ ਇੰਨਾ ਕੁ ਵੱਧ ਹੈ। ਉਹਨਾਂ ਨੇ ਕੀ ਕੀਤਾ ਜੀ, ਕਹਿੰਦੇ ਅਸੀਂ ਸਰਕਾਰ ਦੀ ਗੱਲ ਨਹੀਂ ਮੰਨਣੀ ਜੀ। ਉਹਨਾਂ ਨੇ ਚੱਕਿਆ ਜੀ ਉਸ ਫੈਸਲੇ ਦੇ ਖਿਲਾਫ ਉਹ ਹਾਈ ਕੋਰਟ ਚਲੇ ਜਾਂਦੇ ਨੇ ਜੀ ਕਿ ਸਾਡਾ ਟਿਊਸ਼ਨ ਫੀਸ ਨਾਲ ਗੁਜ਼ਾਰਾ ਨਹੀਂ ਹੁੰਦਾ ਜੀ। ਸੋ ਹਾਈ ਕੋਰਟ 'ਚ ਮੈਟਰ ਸਟਾਰਟ ਹੋ ਜਾਂਦਾ ਜੀ। ਸਰਕਾਰ ਦੇ ਖਿਲਾਫ ਪ੍ਰਾਈਵੇਟ ਸਕੂਲ ਜਾਂਦੇ ਨੇ ਜੀ ਤੇ ਸਰਕਾਰ ਦੇ ਨਾਲ ਉਹਨਾਂ ਨੇ ਲੜਨਾ, ਸਰਕਾਰ ਤੋਂ ਇੱਕ ਫੈਸਲਾ ਰਿਵਾਈਜ਼ ਕਰਾ ਕੇ ਲੈ ਕੇ ਆਉਣਾ, ਨਹੀਂ ਲੈ ਕੇ ਆਉਣਾ, ਸਰਕਾਰ ਕਰਦੀ ਹੈ ਨਹੀਂ ਕਰਦੀ, ਇਹ ਸਰਕਾਰ ਦੀ ਜ਼ਿੰਮੇਵਾਰੀ ਸੀ ਜੀ। ਲੇਕਿਨ ਸਰਕਾਰ ਨੇ ਆਪਦੀ ਜ਼ਿੰਮੇਵਾਰੀ ਨਹੀਂ ਸਮਝੀ, ਫਿਰ ਪੇਰੈਂਟਸ ਨੂੰ ਇਸ 'ਚ ਇੱਕ ਪਾਰਟੀ ਬਣਨਾ ਪਿਆ, ਪੇਰੈਂਟ ਨੂੰ ਇੰਟਰਫੇਅਰ ਕਰਨਾ ਪਿਆ ਇਸ ਮੈਟਰ ਦੇ ਵਿੱਚ। ਚਲੋ ਉੱਥੇ ਸਾਡੇ ਵੱਲੋਂ ਇੱਕ ਵਕੀਲ ਸਾਹਿਬ ਪੇਸ਼ ਹੋਏ ਨੇ, ਮਤਲਬ ਚਰਨਪਾਲ ਬਾਗੜੀ ਜੀ ਪੇਸ਼ ਹੋਏ ਨੇ। ਉਹਨਾਂ ਨੇ ਇਸ ਚੀਜ਼ ਨੂੰ ਮੈਟਰ ਨੂੰ ਕੋਰਟ ਦੇ ਸਾਹਮਣੇ ਰੱਖਿਆ। ਉਸ ਨਾਲ ਸਾਡੇ ਹੋਰ ਵੀ ਵਕੀਲ ਸਾਹਿਬਾਨ, ਪੇਰੈਂਟਸ ਐਸੋਸੀਏਸ਼ਨਾਂ ਦੇ ਲੋਕ ਜੁੜਦੇ ਗਏ। 14 ਤੋਂ 15 ਪਾਰਟੀ ਸਾਡੀਆਂ ਪੇਰੈਂਟਸ ਐਸੋਸੀਏਸ਼ਨਾਂ ਦੇ ਵਕੀਲ ਉੱਥੇ ਖੜੇ ਹੋ ਗਏ ਜੀ। ਮੈਟਰ ਚੱਲਦਾ ਹੈ ਜੀ। ਮੈਟਰ 'ਚ ਇੱਕ ਫੈਸਲਾ ਆਉਂਦਾ, ਫਾਈਨਲ ਆਰਡਰ ਉਸ ਤੋਂ ਬਾਅਦ 2-3 ਸੁਣਵਾਈਆਂ ਤੋਂ ਬਾਅਦ ਆ ਜਾਂਦਾ ਹੈ ਜੀ ਕਿ ਜੀ ਤੁਸੀਂ 100% ਫੀਸਾਂ ਦੇਣੀਆਂ ਨੇ ਜੀ, ਜੋ ਸਕੂਲ ਮੰਗੂਗਾ ਤੁਸੀਂ ਸਾਰਾ ਕੁਝ ਦੇਣਾ ਜੀ। ਔਰ ਬੜਾ ਹੀ ਸਾਨੂੰ ਅਜੀਬ ਲੱਗਦਾ ਜੀ ਕਿ ਯਾਰ ਜਿਹੜੀ ਸਰਵਿਸ ਅਸੀਂ ਲਈ ਹੋਈ ਨਹੀਂ ਜਾਂ ਕੋਈ ਅਸੀਂ ਪ੍ਰੋਡਕਟ ਖਰੀਦਿਆ ਨਹੀਂ, ਅਸੀਂ ਉਹਦੇ ਲਈ ਕਿਸ ਤਰ੍ਹਾਂ ਪੇ ਕਰ ਦਈਏ। ਬੱਚਾ ਤਾਂ ਸਾਡਾ ਇੱਕ ਦਿਨ ਸਕੂਲ ਨਹੀਂ ਗਿਆ, ਬੱਚੇ ਨੇ ਸਕੂਲ ਦੀ ਬਿਲਡਿੰਗ ਇੱਕ ਦਿਨ ਯੂਜ਼ ਨਹੀਂ ਕੀਤੀ ਜੀ, ਬੱਚੇ ਨੇ ਟਰਾਂਸਪੋਰਟੇਸ਼ਨ ਦਾ ਕਦੇ ਝੂਟਾ ਲੈ ਕੇ ਨਹੀਂ ਦੇਖਿਆ ਜੀ, ਕੋਈ ਲੈਣ ਨਹੀਂ ਆਇਆ, ਬੱਚਾ ਘਰ ਬੈਠਾ ਜੀ। ਅਸੀਂ ਕਿੱਦਾਂ ਉਹ ਫੀਸਾਂ ਦੇ ਦਈਏ ਜੀ? ਕਿਹੜੀ ਬਿਲਡਿੰਗ ਦੀ ਮੇਨਟੇਨੈਂਸ ਕਰਨੀ ਹੈ ਜੀ ਆਪਾਂ ਨੇ? ਸੋ ਇਹਨੂੰ ਰਿਵਾਈਜ਼ ਕਰਾਉਣ ਲਈ ਫਿਰ ਸਾਡੇ ਵਕੀਲ ਸਾਹਿਬਾਨ ਇੱਕ ਪਟੀਸ਼ਨ ਪਾਉਂਦੇ ਨੇ ਜੀ। ਓਬਵੀਅਸਲੀ ਇਹ ਪਾਉਣੀ ਹੀ ਚਾਹੀਦੀ ਸਾਨੂੰ। ਦੇਖੋ ਬਿਲਕੁਲ ਸ਼ਰੇਆਮ ਧੱਕਾ ਹੋ ਗਿਆ ਸੀ ਪੂਰਾ ਪੇਰੈਂਟਸ ਨਾਲ। ਸਾਨੂੰ ਨਹੀਂ ਪਤਾ ਜੱਜ ਸਾਹਿਬਾਨ ਨੇ ਕਿਸ ਤਰ੍ਹਾਂ ਇਹਨੂੰ ਸੋਚ ਕੇ ਨਿਰਮਲਜੀਤ ਕੌਰ ਜੀ ਨੇ ਇਹਦਾ ਫੈਸਲਾ ਦਿੱਤਾ ਸੀ। ਚਲੋ ਜੀ ਉਹ ਫੈਸਲਾ ਸਿੰਗਲ ਬੈਂਚ ਦਾ ਸੀਗਾ, ਸਿੰਗਲ ਜੱਜ ਨੇ ਇੱਕ ਫੈਸਲਾ ਦਿੱਤਾ, ਉਹਨੂੰ ਅਸੀਂ ਡਬਲ ਬੈਂਚ 'ਚ ਲੈ ਗਏ, LPA 'ਚ ਲੈ ਗਏ ਸੀਗੇ ਇਹਨੂੰ ਅਸੀਂ। LP 409 ਦੇ ਹਿਸਾਬ ਨਾਲ ਉਹ ਚੱਲੀ। ਉਹਦੇ 'ਚ ਵੀ 3-4 ਪਾਰਟੀ ਹੋਈਆਂ, ਸਰਕਾਰ ਵੀ ਉਹਦੇ 'ਚ ਪਾਰਟੀ ਬਣੀ ਜੀ ਆਪਣੇ ਵੱਲੋਂ ਕਿ ਹਾਂ ਇਹ ਫੈਸਲਾ ਗਲਤ ਹੈ ਜੀ, ਅਸੀਂ ਇਹਦੇ ਖਿਲਾਫ ਜਾਵਾਂਗੇ ਜੀ, ਅਸੀਂ ਪੇਰੈਂਟ ਦੇ ਹੱਕ 'ਚ ਖੜਾਂਗੇ ਜੀ। ਸਰਕਾਰ ਨੇ ਉੱਥੇ ਵੀ ਬਹੁਤੀ ਸਹਿਰਦਤਾ ਨਹੀਂ ਦਿਖਾਈ ਜੀ, ਇੱਕ ਫਾਰਮੈਲਿਟੀ ਕੀਤੀ ਨੰਦਾ ਸਾਹਿਬ ਨੇ, ਠੀਕ ਹੈ। ਉਹ ਡਬਲ ਬੈਂਚ ਨੇ ਜਦੋਂ ਸਾਡੀਆਂ ਦਲੀਲਾਂ ਸੁਣੀਆਂ, ਵਕੀਲ ਸਾਹਿਬਾਨ ਦੀਆਂ ਦਲੀਲਾਂ ਸੁਣੀਆਂ, ਉਹਨੇ ਬੜੀ ਅੱਛੀ ਤਰ੍ਹਾਂ ਮਿਹਨਤ ਕਰਕੇ ਦਲੀਲ ਨਾਲ ਗੱਲ ਰੱਖੀ ਜੀ। ਤਾਂ ਡਬਲ ਬੈਂਚ ਨੇ ਇੱਕ ਅੰਤਰਿਮ ਆਰਡਰ ਪਾਸ ਕੀਤਾ ਕਿ ਜਿਹੜਾ 14/5 ਨੂੰ ਸਰਕਾਰ ਨੇ ਫੈਸਲਾ ਦਿੱਤਾ ਸੀ ਕਿ ਸਿਰਫ ਤੇ ਸਿਰਫ ਟਿਊਸ਼ਨ ਫੀਸ ਲੈਣੀ ਹੈ, ਉਹ ਵੀ ਉਹਨਾਂ ਸਕੂਲਾਂ ਨੇ ਲੈਣੀ ਹੈ ਜਿਨ੍ਹਾਂ ਨੇ ਆਨਲਾਈਨ ਪ੍ਰੋਪਰ, ਦੇਖੋ ਜੀ ਉੱਥੇ ਉਹਨਾਂ ਨੇ ਯੂਜ਼ ਕੀਤਾ ਕਿ ਪ੍ਰੋਪਰ ਡੇ ਟੂ ਡੇ ਆਨਲਾਈਨ ਕਲਾਸ ਦਿੱਤੀ ਹੈ, ਠੀਕ ਹੈ ਜੀ। ਉਹਨਾਂ ਨੇ ਹੋਰ ਇੱਕ ਉਹਦੀ ਚੀਜ਼ ਐਡ ਕਰਤੀ ਹਾਈ ਕੋਰਟ ਨੇ, ਬੈਂਚ ਨੇ, ਕਿ ਜਿਹੜੇ ਪੇਰੈਂਟਸ ਫੀਸਾਂ ਨਹੀਂ ਦੇ ਸਕਦੇ, ਫਾਈਨੈਂਸ਼ੀਅਲ ਉਹਨਾਂ ਦੇ ਕ੍ਰਾਈਸਿਸ ਕਰਕੇ ਉਹਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈਗੀ, ਤਾਂ ਉਹ ਸਕੂਲ ਨੂੰ ਇੱਕ ਐਪਲੀਕੇਸ਼ਨ ਲਿਖ ਕੇ ਦੇ ਦੇਣ ਕਿ ਜੀ ਮੇਰੀ ਆਹ ਕਰਕੇ ਮੇਰਾ ਲਾਸ ਹੋ ਗਿਆ, ਮੈਨੂੰ ਪ੍ਰੋਬਲਮ ਹੈ ਜੀ, ਮੈਨੂੰ ਇਹਦੇ 'ਚ ਰਿਲੀਫ ਦਿੱਤੀ ਜਾਵੇ ਕੁਛ ਨਾ ਕੁਛ। ਔਰ ਸਿੰਪੈਥੈਟਿਕਲੀ ਉਹਨਾਂ ਨੂੰ ਕਿਹਾ ਕਿ ਇਹਨੂੰ ਸੁਣ ਕੇ ਹਮਦਰਦੀ ਦੇ ਨਾਲ ਕੰਸੀਡਰ ਕਰਕੇ ਜਿੰਨੀ ਪੇਰੈਂਟਸ ਨੂੰ ਤੁਸੀਂ ਦੇ ਸਕਦੇ ਹੋ ਰਿਲੀਫ ਦੇ ਦਿਓ ਜੀ। ਇਹ ਫੈਸਲਾ ਆ ਜਾਂਦਾ ਹੈ ਜੀ। ਇਹ ਫੈਸਲਾ ਆਉਂਦਾ 30 ਤਰੀਕ ਨੂੰ ਜੀ, 30/10 ਨੂੰ ਜੀ। ਹੁਣ ਸਕੂਲਾਂ ਦੇ ਲਾਲਚ ਦੀ ਗੱਲ ਫਿਰ ਦੁਬਾਰਾ ਕਰਦਾ ਜੀ। ਸਕੂਲ ਕਿੰਨੇ ਕੁ ਸੁਹਿਰਦ ਨੇ ਹਾਈ ਕੋਰਟਾਂ ਦੇ ਫੈਸਲੇ ਨੂੰ ਮੰਨਣ ਲਈ। ਜਦੋਂ ਸਾਡੇ ਕੋਲੇ ਪੂਰੀ ਫੀਸ ਦਾ ਫੈਸਲਾ ਆਉਂਦਾ ਜੀ, ਅਸੀਂ ਕਹਾਂ ਜੀ ਦੇਖੋ ਜੀ ਅਸੀਂ ਸਨਮਾਨ ਕਰਦੇ ਹਾਂ ਹਾਈ ਕੋਰਟ ਦਾ। ਅਸੀਂ ਪੇਰੈਂਟਸ ਨੂੰ ਬਹੁਤ ਨੂੰ ਕਿਹਾ ਯਾਰ ਦੇਖੋ ਜਿੰਨੀ ਕੁ ਫੀਸ ਭਰ ਸਕਦੇ ਹੋ ਉਨੀ ਭਰੋ, ਠੀਕ ਹੈ, ਅਸੀਂ ਰਿਵਿਊ ਪਟੀਸ਼ਨ ਲਈ ਜਾ ਰਹੇ ਹਾਂ, ਕੋਈ ਗੱਲ ਨਹੀਂ, ਜਿੰਨੀ ਕੁ ਭਰ ਸਕਦੇ ਹੋ ਭਰੋ। ਹੁਣ ਸਕੂਲਾਂ ਨੂੰ ਅਗਲੀ ਡੇਟ ਦਿੱਤੀ ਜਾਂਦੀ ਹੈ 30 ਤੋਂ ਬਾਅਦ 12 ਤਰੀਕ ਦੀ, ਸਿਰਫ ਵਿੱਚ 11 ਦਿਨ ਨੇ ਜੀ। ਲੇਕਿਨ ਸਕੂਲਾਂ 'ਚ ਸਬਰ ਹੀ ਨਹੀਂ। ਸਕੂਲ
4 ਤਰੀਕ ਨੂੰ ਇੱਕ ਆਪਣੀ ਪਟੀਸ਼ਨ ਦਾਖਲ ਕਰ ਦਿੰਦੇ ਨੇ ਜੀ ਉੱਥੇ ਕਿ ਇਸ ਆਰਡਰ ਨੂੰ ਸਟੇ ਕਰਤਾ ਜਾਵੇ ਜੀ। ਕਿਹੜੇ ਕੋਰਟ ਦੇ ਵਿੱਚ ਕਰਦੇ ਜੀ? ਹਾਈ ਕੋਰਟ 'ਚ। ਹਾਈ ਕੋਰਟ 'ਚ ਸੇਮ ਬੈਂਚ ਕੋਲ ਇੱਕ ਐਪਲੀਕੇਸ਼ਨ ਲਗਾ ਦਿੰਦੇ ਨੇ ਜੀ ਕਿ ਸਾਨੂੰ ਇਹ ਆਰਡਰ ਮਨਜ਼ੂਰ ਨਹੀਂ ਜੀ, ਗਲਤ ਹੋ ਗਿਆ ਆਰਡਰ, ਇਹਨੂੰ ਸਟੇ ਕਰਤਾ ਜਾਵੇ। 7 ਤਰੀਕ ਨੂੰ ਉਹਦੀ ਸੁਣਵਾਈ ਹੁੰਦੀ ਹੈ ਜੀ, ਔਰ 7 ਤਰੀਕ ਨੂੰ ਡਬਲ ਬੈਂਚ ਕਹਿੰਦੀ ਹੈ ਜੀ ਕਿ ਤੁਹਾਨੂੰ 12 ਤਰੀਕ ਦਿੱਤੀ ਗਈ ਹੈ, ਤੁਸੀਂ 12 ਤਰੀਕ ਨੂੰ ਆਇਓ, ਉਦੋਂ ਤੁਹਾਡੀ ਸੁਣਵਾਈ ਕਰਾਂਗੇ ਜੀ। ਹੁਣ 7 ਤਰੀਕ ਨੂੰ ਹਾਈ ਕੋਰਟ ਕਹਿੰਦੀ ਹੈ ਕਿ ਜੀ ਤੁਸੀਂ 12 ਨੂੰ ਆਇਓ, 4 ਦਿਨ ਵਿਚਾਲੇ ਵੀ ਆਪਾਂ 12 ਨੂੰ ਤਰੀਕ ਦਿੱਤੀ ਹੈ, ਬਾਕੀਆਂ ਨੇ ਵੀ ਆਉਣਾ, ਤੁਹਾਡੀ ਵੀ ਸੁਣਵਾਈ ਨਾਲ ਕਰ ਲਾਂਗੇ। ਲੇਕਿਨ ਸਕੂਲਾਂ ਦਾ ਲਾਲਚ ਦੇਖੋ ਕਿੰਨਾ ਵੱਡਾ ਹੈ, ਉਹਨਾਂ ਨੂੰ ਕਿੰਨਾ ਫਿਕਰ ਪਿਆ ਪਤਾ ਨਹੀਂ ਸਾਡਾ ਕਿਹੜਾ ਵੱਡਾ ਨੁਕਸਾਨ ਹੋ ਜਾਣਾ ਜੀ। 7 ਤਰੀਕ ਨੂੰ ਇਹ ਗੱਲ ਹੁੰਦੀ ਹੈ, 10 ਤਰੀਕ ਨੂੰ ਸੁਪਰੀਮ ਕੋਰਟ ਚਲੇ ਜਾਂਦੇ ਨੇ, ਹਾਈ ਕੋਰਟ ਤੋਂ ਸੁਪਰੀਮ ਕੋਰਟ ਚਲੇ, ਐਪਲੀਕੇਸ਼ਨ ਲਾ ਦਿੰਦੇ ਨੇ। ਮਤਲਬ ਉਧਰ ਡੇਟ ਹਜੇ ਪੈਂਡਿੰਗ ਹੈ। ਇਹ ਨਹੀਂ ਦੇਖਦੇ ਕਿ ਹਾਈ ਕੋਰਟ ਤੇ ਵਿਸ਼ਵਾਸ ਕੋਈ ਨਹੀਂਗਾ। ਖੁਦ ਹੀ ਤੁਸੀਂ ਜਾਣਦੇ ਹੋ ਕੋਰਟ 'ਚ ਆਪਦੇ ਲਈ ਇੱਕ ਫੈਸਲਾ ਲੈਣਾ, ਔਰ ਕੋਰਟ ਫੈਸਲਾ ਦਿੰਦੀ ਤੁਹਾਨੂੰ, ਫਿਰ ਤੁਸੀਂ ਕਹਿੰਦੇ ਨਹੀਂ ਤੁਹਾਡਾ ਵੀ ਮਨਜ਼ੂਰ ਨਹੀਂ ਸੰਤਾ, ਸੁਪਰੀਮ ਕੋਰਟ ਜਾਂਦੇ। ਹੁਣ ਉਹਦੇ 'ਚ ਸੌਰੀ ਮੈਂ ਇੱਕ ਗੱਲ ਇੱਥੇ ਭੁੱਲ ਗਿਆ ਜੀ, ਉਸ ਹਾਈ ਕੋਰਟ ਦੀ ਜਿਹੜੀ ਅੰਤਰਿਮ ਆਰਡਰ 'ਚ ਟਿਊਸ਼ਨ ਫੀਸ ਵਾਲੀ ਗੱਲ ਹੋਈ ਸੀ, ਉਹਦੇ 'ਚ ਸਾਡੀ ਇੱਕ ਡਿਮਾਂਡ ਸੀ ਕਿ ਸਕੂਲਾਂ ਤੋਂ 3 ਸਾਲ ਦੀਆਂ ਬੈਲੈਂਸ ਸ਼ੀਟਾਂ ਮੰਗਾ ਲਈਆਂ ਜਾਣ, ਇਹਨਾਂ ਕੋਲੇ ਬਹੁਤ ਸਾਰੇ ਪੈਸੇ ਸਰਪਲਸ ਪਏ ਨੇ। ਹਾਈ ਕੋਰਟ ਦੀ ਡਬਲ ਬੈਂਚ ਨੇ ਕਿਹਾ ਜੀ ਕਿ ਪ੍ਰਾਈਵੇਟ ਸਕੂਲ ਜਿੰਨੇ ਵੀ ਨੇ ਉਹ ਆਪਣੀਆਂ 8 ਮਹੀਨੇ ਦੀਆਂ ਬੈਲੈਂਸ ਸ਼ੀਟਾਂ ਸਾਨੂੰ ਜਮ੍ਹਾਂ ਕਰਵਾਓ ਜੀ। ਅੱਛਾ, ਹੁਣ 7 ਤਰੀਕ ਦੀ ਗੱਲ ਹੁੰਦੀ ਹੈ, 7 ਤਰੀਕ ਤੋਂ ਕੋਰਟ ਮਨਾ ਕਰਦੀ ਹੈ, 10 ਤਰੀਕ ਨੂੰ ਸੁਪਰੀਮ ਕੋਰਟ ਜਾ ਕੇ ਪ੍ਰਾਈਵੇਟ ਸਕੂਲ ਕਹਿੰਦੇ ਕੀ ਹੈ, ਕੀ ਡਿਮਾਂਡ ਕੀ, ਉਹਨਾਂ ਦੀ ਪ੍ਰੇਅਰ ਕੀ ਉੱਥੇ ਬੇਸਿਕਲੀ ਕਿ ਜਿਹੜਾ ਸਾਨੂੰ ਹਾਈ ਕੋਰਟ ਨੇ ਕਹਤਾ ਬੈਲੈਂਸ ਸ਼ੀਟਾਂ ਦੇਣੀਆਂ ਜੀ, ਅਸੀਂ ਉਹ ਦੇਣੀਆਂ ਨਹੀਂ ਗੀਆਂ, ਇਹਨੂੰ ਸਟੇ ਕਰਤਾ ਜਾਵੇ ਜੀ। ਨਾਲ ਦੀ ਨਾਲ ਕਹਿੰਦੇ ਇਹ ਟਿਊਸ਼ਨ ਫੀਸ ਵਾਲਾ ਵੀ ਫੈਸਲਾ ਸਟੇ ਕਰ ਦਿਓ ਜੀ, ਇਹ ਸਾਨੂੰ ਮਨਜ਼ੂਰ ਨਹੀਂ ਹੈਗਾ ਜੀ। ਹੁਣ 12 ਤਰੀਕ ਦੀ ਸੁਣਵਾਈ ਹੈ, 10 ਤਰੀਕ ਨੂੰ ਐਪਲੀਕੇਸ਼ਨ ਲੱਗਦੀ ਹੈ ਕਿ ਸੁਪਰੀਮ ਕੋਰਟ 'ਚ ਜਦੋਂ ਐਪਲੀਕੇਸ਼ਨ ਮੈਟਰ ਸੁਪਰੀਮ ਕੋਰਟ ਚਲੇਗਾ ਤਾਂ ਹਾਈ ਕੋਰਟ 'ਚ ਕੁਝ ਨਹੀਂ ਕਰ ਸਕਦਾ। ਬਿਲਕੁਲ। 12 ਤਰੀਕ ਦੀ ਸੁਣਵਾਈ ਵੇਲੇ ਹਾਈ ਕੋਰਟ 'ਚ ਉਹਨਾਂ ਦੇ ਪ੍ਰਾਈਵੇਟ ਸਕੂਲਾਂ ਦੇ ਵਕੀਲ ਕਹਿੰਦੇ ਜੀ ਸਾਡਾ ਮੈਟਰ ਤਾਂ ਸੁਪਰੀਮ ਕੋਰਟ ਚਲਾ ਗਿਆ। ਹਾਈ ਕੋਰਟ ਨੇ ਓਬਵੀਅਸਲੀ ਇਹ ਕਹਿਣਾ ਜੀ ਸੁਪਰੀਮ ਕੋਰਟ ਡਿਸਕਸ ਕਰੂਗੀ, ਸੁਪਰੀਮ ਕੋਰਟ ਦਾ ਡਿਸੀਜਨ ਆਊਗਾ, ਫਿਰ ਅਸੀਂ ਕੁਝ ਕਰ ਸਕਦੇ ਹਾਂ ਜੀ। ਠੀਕ ਹੈ ਜੀ। ਦੇਖੋ ਹੁਣ ਕਿੱਡੀ ਮਤਲਬ ਮਾੜੀ ਗੱਲ ਹੈ ਕਿ ਯਾਰ ਤੁਹਾਨੂੰ ਇੱਕ ਗੱਲ ਕਹੀ ਗਈ ਹੈ ਕਿ ਤੁਸੀਂ ਬੈਲੈਂਸ ਸ਼ੀਟ ਦਾ ਵੀ ਦਿਖਾ ਦਿਓ। ਅਸੀਂ ਅੱਜ ਵੀ ਇਹ ਗੱਲ ਕਹਿੰਦੇ ਹਾਂ ਕਿ ਯਾਰ ਤੁਸੀਂ ਜਦੋਂ ਤੱਕ ਆਪਣਾ ਹਿਸਾਬ ਨਹੀਂ ਦੱਸਦੇ, ਤੁਸੀਂ ਫੀਸ ਮੰਗਦੇ ਹੋ, ਐਨੂਅਲ ਫੰਡ ਮੰਗਦੇ ਹੋ, ਡਿਵੈਲਪਮੈਂਟ ਫੰਡ ਮੰਗਦੇ ਹੋ, ਐਡਮਿਸ਼ਨ, ਜਦੋਂ ਕਿ ਇਹ ਬਿਲਡਿੰਗ ਤਾਂ ਯੂਜ਼ ਹੀ ਨਹੀਂ ਕੀਤੀ ਗਈ, ਡਿਵੈਲਪਮੈਂਟ ਉਹਦੇ ਵਿੱਚ ਡਿਵੈਲਪਮੈਂਟ ਸਕੂਲ ਦੀ ਹੋਣੀ ਆ, ਉਹਦੇ ਵਿੱਚ ਮਾਪਿਆਂ ਦਾ ਕੀ? ਦੇਖੋ ਉਹਦੇ 'ਚ ਉਸ ਫੈਸਲੇ ਅੰਤਰਿਮ ਮਤਲਬ ਫਾਈਨਲ ਫੈਸਲੇ 'ਚ ਇੱਕ ਚੀਜ਼ ਹੋਰ ਸੀਗੀ ਜੀ, ਅੰਤਰਿਮ ਆਰਡਰ 'ਚ ਕਹਿੰਦੇ ਸਕੂਲਾਂ ਨੂੰ ਅਸੀਂ ਇਹ ਵੀ ਕਹਿ ਦਿੰਦੇ ਹਾਂ ਕਿ ਟਿਊਸ਼ਨ ਫੀਸ ਪਲੱਸ ਚਾਰजेस ਲੈ ਲਓ ਹੋਰ ਵੀ ਤੁਸੀਂ, ਲੇਕਿਨ ਜਿਹੜੇ ਐਕਚੁਅਲ 'ਚ ਤੁਹਾਡੇ ਹੋਏ ਨੇ, ਵਰਡ ਲਿਖਿਆ ਨੂੰ ਵੀ ਐਕਚੁਅਲ ਜਿਹੜੇ ਹੋਏ ਆ ਓਨੈਸਟਲੀ ਵਰਡ ਯੂਜ਼ ਕਰਦਾ ਕੋਰਟ ਕਿ ਓਨੈਸਟਲੀ ਤੁਸੀਂ ਦੱਸ ਦਿਓ, ਉਹ ਪੇਰੈਂਟਸ ਤੋਂ ਤੁਸੀਂ ਲੈ ਲਓ। ਹੁਣ ਗੱਲ ਫਿਰ ਉੱਥੇ ਕਿ ਅਸੀਂ ਆਪਣਾ ਖਾਤਾ ਨਹੀਂ ਦਿਖਾਉਣਾ, ਪੰਜਾਬੀ 'ਚ ਮਾਮਲਾ ਕਹਿੰਦੇ ਹੁੰਦੇ ਨੇ ਜੀ ਵੀ ਆਹ ਉਹਦਾ ਵਹੀ ਖਾਤਾ ਨਹੀਂ ਦਿਖਾਉਣਾ ਵੀ ਅਸੀਂ ਤੁਹਾਡੇ ਤੋਂ ਕੀ ਲੈਂਦੇ ਹਾਂ, ਕਿੰਨਾ ਖਰਚ ਕਰਦੇ ਹਾਂ। ਬੈਲੈਂਸ ਸ਼ੀਟ ਅਗਰ ਉਹ ਦਿਖਾਉਂਦੇ ਨੇ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਇੰਨੇ ਪੈਸੇ ਇਹਨਾਂ ਨੇ ਲਏ ਆ ਜੀ, ਇਹਨਾਂ ਨੇ ਲਏ ਸਾਡੇ ਤੋਂ 1 ਕਰੋੜ ਹੈ ਜੀ, ਖਰਚਾ ਤਾਂ ਇਹਨਾਂ ਦਾ 50 ਲੱਖ ਹੀ ਹੋਇਆ। ਜਿਵੇਂ ਹੁਣ ਬਿਜਲੀ ਯੂਜ਼ ਨਹੀਂ ਹੋਈ, ਕੋਈ ਏਸੀ ਨਹੀਂ ਚੱਲਦਾ, ਪੱਖਾ ਨਹੀਂ ਚੱਲਦਾ ਜੀ, ਗਾਰਡਨਿੰਗ ਦੀ ਕੋਈ ਚੀਜ਼ ਨਹੀਂ ਹੋ ਰਹੀ, ਵਾਟਰ ਨਹੀਂ ਯੂਜ਼ ਹੋ ਰਿਹਾ, ਪਰ ਇਸ ਤਰ੍ਹਾਂ ਦੀ ਬਹੁਤ ਸਾਰੀ ਬਿਲਡਿੰਗ, ਜਿਵੇਂ ਆਪਾਂ ਮੈਂ ਤਾਂ ਕਹਿੰਦੇ ਬਿਲਡਿੰਗ ਯੂਜ਼ ਹੀ ਨਹੀਂ ਹੋ ਰਹੀ ਤੁਹਾਡੀ ਜੀ, ਬੱਚਾ ਜਾ ਨਹੀਂ ਰਿਹਾ, ਟਰਾਂਸਪੋਰਟੇਸ਼ਨ ਦੀ ਫੀਸ ਹੀ ਕਾਹਦੀ ਲੈਣੀ ਹੈ ਜੀ। ਸੋ ਉਹ ਕਿਹਾ ਵੀ ਐਕਚੁਅਲ 'ਚ ਯਾਰ ਜੋ ਤੁਹਾਡੇ ਖਰਚੇ ਹੋਏ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ ਜੀ। ਸੋ ਉਸ ਤੋਂ ਬਾਅਦ ਹੁਣ ਉਹ ਸੁਪਰੀਮ ਕੋਰਟ 'ਚ ਚਲੇ ਜਾਂਦੇ ਆ, ਸੁਪਰੀਮ ਕੋਰਟ 'ਚ 2 ਤਰੀਕਾਂ ਪੈਂਦੀਆਂ ਨੇ ਜੀ। ਮੈਨੂੰ ਸ਼ਾਰਟ 'ਚ ਹੀ ਕਹਿਣਾ ਵੀ ਹੁਣ ਸੁਪਰੀਮ ਕੋਰਟ ਤੋਂ ਮਤਲਬ ਹਾਈ ਕੋਰਟ ਤੋਂ ਪੇਰੈਂਟਸ ਸਕੂਲ ਐਸੋਸੀਏਸ਼ਨਸ ਹੀ ਜਾਂਦੀਆਂ ਸੁਪਰੀਮ ਕੋਰਟ 'ਚ। ਹੁਣ ਸੁਪਰੀਮ ਕੋਰਟ 2 ਸੁਣਵਾਈਆਂ ਤੋਂ ਬਾਅਦ ਇੱਕ ਅੰਤਰਿਮ ਆਰਡਰ ਹੋਰ ਪਾਸ ਕਰ ਦਿੰਦੀ ਹੈ ਜੀ, ਸੁਪਰੀਮ ਕੋਰਟ ਕਰਦੀ ਹੈ। ਹੁਣ ਇੱਥੇ ਬਹੁਤ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਇੱਕ ਆਰਡਰ ਕਰਦੀ ਹੈ, ਜਿਹਦੀ ਕਾਪੀ ਮੇਰੇ ਕੋਲੇ ਪਈ ਹੈ ਜੀ, ਭਾਵੇਂ ਬਹੁਤਾ ਪੇਰੈਂਟਸ ਦੇ ਹੱਕ 'ਚ ਨਹੀਂ ਹੈਗਾ, ਇਹਦੇ 'ਚ ਵੀ ਸਾਨੂੰ ਆਬਜੈਕਸ਼ਨ ਹੈ ਕਿਸੇ ਚੀਜ਼ ਦਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੰਤਰਿਮ ਆਰਡਰ ਕਰਦੀ ਹੈ ਕਿ ਜੀ ਕਿਸੇ ਬੱਚੇ ਦੀ ਸਕੂਲ ਫੀਸ ਲੈ ਸਕਦੇ ਨੇ, ਸਕੂਲ ਮੇ ਕਲੈਕਟ ਦਾ ਫੀਸਿਸ, ਜੋ ਵਰਡ ਸੁਪਰੀਮ ਕੋਰਟ ਲਿਖਦਾ ਹੈ ਕਿ ਸਕੂਲ ਫੀਸ ਲੈ ਸਕਦੇ ਨੇ, ਫੀਸ ਨਾਟ ਫੰਡ। ਹੁਣ ਉਹਨੂੰ ਫੀਸ ਓਬਲੀਕ ਫੰਡ ਨਹੀਂ ਕੀਤਾ, ਸਿਰਫ ਇੱਥੇ ਫੀਸ ਦੀ ਹੀ ਗੱਲ ਕੀਤੀ ਗਈ ਹੈ। ਬਿਲਕੁਲ ਜੀ, ਹਾਂ। ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਫੰਡ ਹੈ ਸਕੂਲਾਂ ਵੱਲੋਂ ਨਹੀਂ ਲਿਆ ਜਾ ਸਕਦਾ। ਇਹੀ ਚੀਜ਼ ਸਮਝਣ ਵਾਲੀ ਜੀ। ਦੇਖੋ ਇਸ ਚੀਜ਼ ਨੂੰ ਮੈਨੀਪੂਲੇਟ ਕਰਕੇ ਸਕੂਲ ਲੋਕਾਂ ਨੂੰ ਭਰਮਾ ਰਹੇ ਨੇ, ਲੋਕਾਂ ਨੂੰ ਮਿਸਗਾਈਡ ਕਰਦੇ ਨੇ ਕਿ ਸਾਨੂੰ ਤਾਂ ਸੁਪਰੀਮ ਕੋਰਟ ਨੇ ਕਹਿਤਾ ਸਾਰਾ ਕੁਝ ਲੈਣਾ ਹੈ ਜੀ। ਮੈਂ ਕੈਮਰਾਮੈਨ ਨੂੰ ਕਹਿ ਦੂੰਗਾ ਉਹ ਦੇਖ ਲੈਣ ਜੀ, ਇੱਥੇ ਸਾਫ਼ ਲਿਖਿਆ ਹੋਇਆ ਸਕੂਲ ਮੇ ਕਲੈਕਟ ਫੀਸਿਸ, ਸਕੂਲ ਮੇ ਕਲੈਕਟ ਫੀਸਿਸ ਲਿਖਿਆ, ਓਬਲੀਕ ਫੰਡ ਨਹੀਂ ਲਿਖਿਆ ਜੀ। ਹੁਣ ਮੈਂ ਇਕੱਲੀ ਫੀਸ ਦੀ ਗੱਲ ਕਿਉਂ ਕਰਦਾ ਜੀ, ਓਬਲੀਕ ਫੰਡ ਦੀ ਗੱਲ ਮੈਂ ਕਿਉਂ ਕਰ ਰਿਹਾ, ਕਿਉਂਕਿ ਦੇਖੋ ਸਾਡੇ ਕੋਲ ਇੱਕ ਫੀਸ ਸਲਿੱਪ ਆਉਂਦੀ ਹੈ ਜਾਂ ਸਾਡੇ ਕੋਲ ਇੱਕ ਫੀਸ ਦੀ ਬੁਕਲੇਟ ਬਣਾ ਕੇ ਸਾਨੂੰ ਸਕੂਲ ਦਿੰਦਾ ਜੀ, ਉਹਦੇ ਵਿੱਚ ਸਪੈਸ਼ਲੀ ਉਹ ਲਿਖਦੇ ਨੇ ਮੰਥਲੀ ਫੀਸ, ਐਨੂਅਲ ਚਾਰजेस ਜਾਂ ਡਿਵੈਲਪਮੈਂਟ ਫੰਡ ਜਾਂ ਅਦਰ ਚਾਰजेस, ਕੰਪਿਊਟਰ ਚਾਰजेस, ਸਮਾਰਟ ਕਲਾਸ ਚਾਰजेस, ਲਾਇਬ੍ਰੇਰੀ ਚਾਰਜ, ਉਹ ਅਦਰ ਚਾਰजेस ਦੇ ਵਿੱਚ ਹੁੰਦੇ, ਦੈਟ ਇਜ਼ ਚਾਰजेस ਔਰ ਫੰਡਸ। ਹੁਣ ਜਿਹੜਾ ਸਾਨੂੰ ਤਾਂ ਸੁਪਰੀਮ ਕੋਰਟ ਨੇ ਫੀਸ ਦੇਣ ਨੂੰ ਕਿਹਾ ਨਾ ਜੀ, ਅਸੀਂ ਉਹ ਦੇਣ ਨੂੰ ਰੈਡੀ ਹਾਂ। ਹੁਣ ਜੇ ਤੁਸੀਂ ਕਹੋ ਜੀ ਫੀਸ ਦੇ ਨਾਲ ਤਾਂ ਫੰਡ ਵੀ ਲਿਖਿਆ ਹੋਇਆ ਹੈ, ਲਿਆਓ ਜੀ ਦਿਖਾਓ ਭਾਈ, ਸਾਨੂੰ ਦੱਸ ਤਾਂ ਦਿਓ ਨਾ, ਜੇ ਸੁਪਰੀਮ ਕੋਰਟ ਨੇ ਕਿਹਾ ਤਾਂ ਦੇ ਦਿੰਦੇ ਆ। ਠੀਕ ਹੈ ਜੀ। ਫਿਰ ਇਹਦੇ ਨਾਲ ਕੀ ਲਿਖਿਆ ਹੈ
ਕਿ ਜਿਹੜੀ ਫੀਸ ਤੁਸੀਂ ਦੇਣੀ ਆ ਉਹ ਦੇਣੀ ਆ ਤੁਸੀਂ 19-20 ਦੇ ਹਿਸਾਬ ਨਾਲ। ਕਰੋਨਾ ਕਾਲ ਦਾ ਟਾਈਮ ਜਿਹੜਾ 20-21 ਦਾ ਜੀ, ਕਿ ਜਿਹੜੀ ਫੀਸ ਤੁਸੀਂ 19-20 ਚ ਦਿੱਤੀ ਹੈ ਉਹੀ ਤੁਸੀਂ 20-21 ਚ ਦੇਣੀ ਆ। ਤੁਸੀਂ 19-20 ਦੀ ਫੀਸ 'ਚ 1 ਰੁਪਏ ਦਾ ਵੀ ਵਾਧਾ ਨਹੀਂ ਕਰ ਸਕਦੇ ਜੀ, ਠੀਕ ਹੈ ਜੀ। ਹੁਣ ਉਹਦੇ 'ਚ ਸੁਪਰੀਮ ਕੋਰਟ ਪੇਰੈਂਟਸ ਨੂੰ ਇੱਕ ਹੋਰ ਰਿਲੀਫ ਦੇ ਦਿੰਦੀ ਹੈ ਜੀ, ਕਿ ਜੀ ਤੁਸੀਂ 5 ਮਾਰਚ ਤੋਂ ਲੈ ਕੇ 5 ਅਗਸਤ ਤੱਕ ਇੰਸਟਾਲਮੈਂਟ 'ਚ ਪੇ ਕਰ ਸਕਦੇ ਹੋ। ਸਪੋਜ਼ ਤੁਹਾਡੇ ਕੋਲੇ ਤੁਹਾਡਾ 50,000 ਜਾਂ ਮਤਲਬ ਮੈਂ 20,000 ਇੱਕ ਫੀਸ ਮੰਨਣਾ ਵੀ ਮੇਰੀ ਫੀਸ 20,000 ਹੈ ਜੀ, ਮੇਰੇ ਕੋਲੇ 2,000 ਆਇਆ, ਮੈਂ ਸਕੂਲ ਨੂੰ ਕਹਾਂ 2,000 ਰੁਪਏ ਲੈ ਲਓ ਜੀ, 5,000 ਆਇਆ ਮੈਂ 5,000 ਦੇ ਸਕਦਾ ਇੰਸਟਾਲਮੈਂਟ 'ਚ, ਠੀਕ ਹੈ ਜੀ, ਦੇ ਸਕਦਾ ਮੈਂ ਉਹਨੂੰ। ਔਰ 5 ਅਗਸਤ ਤੱਕ ਦਾ ਸਾਨੂੰ ਸਮਾਂ ਦਿੱਤਾ ਗਿਆ ਜੀ। ਹੁਣ ਇਹ ਤਾਂ ਇਹ ਪੁਆਇੰਟ ਆ ਜੀ। ਮਤਲਬ ਹੁਣ ਇੱਥੇ ਗੱਲ ਇਹ ਸਵਾਲ ਇਹ ਖੜਾ ਹੋ ਜਾਂਦਾ ਕਿ ਮਾਪਿਆਂ ਦੇ ਵਿੱਚ ਕਈ ਵਾਰੀ ਕਨਫਿਊਜ਼ਨ ਹੈ, ਕਿਉਂਕਿ ਮਾਪੇ ਆਪਣੇ ਬੱਚਿਆਂ ਦਾ ਰਿਜ਼ਲਟ ਲੈਣ ਜਾਂਦੇ ਆ, ਉਹਨਾਂ ਨੂੰ ਬੱਚੇ ਪ੍ਰਮੋਟ ਕਰ ਦਿੱਤੇ ਗਏ ਆ, ਉਹਨਾਂ ਨੇ ਅਗਲੀ ਕਲਾਸ ਦੇ ਵਿੱਚ ਐਡਮਿਸ਼ਨ ਵੀ ਲੈਣੀ ਹੈ, ਤਾਂ ਉੱਥੇ ਕਿਤੇ ਨਾ ਕਿਤੇ ਜਿਹੜਾ ਮਾਪਿਆਂ ਦਾ ਤੇ ਸਕੂਲ ਦਾ ਜਿਹੜਾ ਪੇਚ ਹੈ ਇਸ ਗੱਲ ਤੇ ਅੜ ਜਾਂਦਾ ਹੈ ਕਿ ਸਕੂਲ ਕਹਿੰਦਾ ਵੀ ਫੀਸ ਭਰ ਕੇ ਤੁਹਾਨੂੰ ਰਿਜ਼ਲਟ ਦਿੱਤਾ ਜਾਊਗਾ। ਇੱਥੇ ਜਿਹੜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ 5 ਮਾਰਚ ਤੋਂ 5 ਅਗਸਤ ਤੱਕ ਦਾ ਜਿਹੜਾ ਸਮਾਂ ਉਹ ਮਾਪਿਆਂ ਕੋਲੇ ਹੈ, ਬਿਲਕੁਲ ਹੈਗਾ ਜੀ। ਅਕੋਰਡਿੰਗ ਟੂ ਸੁਪਰੀਮ ਕੋਰਟ ਆਰਡਰਸ ਵੀ ਉਸ ਸਮੇਂ ਦੇ ਵਿੱਚ ਜਿਹੜੀ ਉਹ ਫੀਸ ਆ ਭਰ ਸਕਦੇ ਆ। ਤੇ ਇਹਦੇ 'ਚ ਹੁਣ ਬਾਜੀ ਤੁਸੀਂ ਇਹ ਗੱਲ ਥੋੜੀ ਜਿਹੀ ਕਲੀਅਰ ਕਰੋ ਕਿ ਅਗਰ ਸਕੂਲ ਫਿਰ ਵੀ ਦਬਾਅ ਪਾਉਂਦਾ ਹੈ, ਅਗਰ ਫਿਰ ਵੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਪੇਰੈਂਟਸ ਨੂੰ ਵੀ ਫੀਸ ਭਰੀ ਜਾਵੇ, ਤਾਂ ਫਿਰ ਉਹਦੇ ਉਸ ਸਮੇਂ ਜਿਹੜਾ ਕਿਸ ਤਰੀਕੇ ਨਾਲ, ਕਿਉਂਕਿ ਉਹ ਸਿੱਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਜਿਹੜੀ ਉੱਥੇ ਬਣਦੀ ਹੈ। ਹੁਣ ਮੈਂ ਉਲੰਘਣਾ ਦੀ ਗੱਲ ਕਰ ਲੈਣਾ ਜੀ। ਦੇਖੋ ਇਹਦਾ ਮੈਂ ਹਜੇ ਹਾਲ ਦੀ ਘੜੀ ਸਿਰਫ ਇਹ ਪਾਰਟ ਦੱਸਿਆ ਜੀ, ਸਬ ਜਿਹੜਾ ਸੈਕਸ਼ਨ ਆ ਉਹਦਾ ਇਹ ਪਾਰਟ ਮੈਂ ਦੱਸਿਆ ਕਿ ਫੀਸ ਲੈ ਸਕਦੇ ਨੇ ਔਰ ਉਹ ਫੀਸ ਨੂੰ ਅਸੀਂ 6 ਮਹੀਨੇ ਮਤਲਬ 5 ਅਗਸਤ ਤੱਕ ਪੇ ਕਰ ਸਕਦੇ ਹਾਂ, ਠੀਕ ਹੈ ਜੀ। ਹੁਣ ਅਗਲੇ ਪਾਰਟ 'ਚ ਸੁਪਰੀਮ ਕੋਰਟ ਬੜਾ ਕਲੀਅਰ ਲਿਖਦੀ ਹੈ ਜੀ, ਬਹੁਤ ਸਪੈਸੀਫਿਕ ਤਰੀਕੇ ਨਾਲ ਉਹਨਾਂ ਨੇ ਵਰਡਸ ਲਿਖੇ ਨੇ ਕਿ ਤੁਸੀਂ ਕਿਸੇ ਬੱਚੇ ਦਾ ਰਿਜ਼ਲਟ ਨਹੀਂ ਰੋਕਣਾ ਜੀ, ਕਿਸੇ ਬੱਚੇ ਨੂੰ ਪ੍ਰਮੋਟ ਹੋਣ ਤੋਂ ਨਹੀਂ ਰੋਕਣਾ ਜੀ, ਉਹਦੀ ਪੜ੍ਹਾਈ ਨੂੰ ਰੋਕਣਾ ਨਹੀਂ ਜੀ, ਠੀਕ ਹੈ ਜੀ। ਹੁਣ ਰੋਕਣਾ ਕਿਉਂ ਨਹੀਂ ਔਰ ਕੀ ਕਾਰਨ ਹੈ ਜੀ, ਮਤਲਬ ਕਿਸ ਬੇਸ ਤੇ ਤੁਸੀਂ ਨਹੀਂ ਰੋਕ ਸਕਦੇ ਕਿ ਜੇ ਉਹਦੀ ਫੀਸ ਨਹੀਂ ਆਈ ਜੀ, ਫੀਸ ਨਹੀਂ ਆਈ। ਹੁਣ ਮੈਂ ਫੀਸ ਤੇ ਅਬਲੀਕ ਫੰਡ ਦੀ ਗੱਲ ਕਿਉਂ ਕੀਤੀ ਹੈ ਇੱਥੇ? ਹੁਣ ਸੁਪਰੀਮ ਕੋਰਟ ਨੇ ਇੱਥੇ 3 ਤਰ੍ਹਾਂ ਦੇ ਫੰਡਸ ਦੀ ਮਤਲਬ 3 ਤਰ੍ਹਾਂ ਦੀ ਪ੍ਰੋਵੀਜ਼ਨ ਦੀ ਗੱਲ ਕੀਤੀ ਹੈ। ਜੇ ਤੁਹਾਡੀ ਫੀਸ ਨਹੀਂ ਆਈ, ਤੁਹਾਡਾ ਕੋਈ ਏਰੀਅਰ ਰਹਿੰਦਾ ਹੈ, ਅਗਰ ਤੁਹਾਡੀ ਕੋਈ ਇੰਸਟਾਲਮੈਂਟ ਰਹਿੰਦੀ ਹੈ, ਇੱਥੇ ਅਬਲੀਕ ਪਾ ਕੇ ਲਿਖਿਆ ਸਪੈਸੀਫਿਕ ਦੇਖੋ ਜੀ, ਅਬਲੀਕ ਪਾ ਕੇ ਲਿਖਿਆ ਗਿਆ। ਦੈਟ ਮੀਨ ਇਦਾਂ ਹੀ ਫੀਸ ਅਬਲੀਕ ਫੰਡ ਵੀ ਲਿਖਿਆ ਜਾ ਸਕਦਾ ਸੀਗਾ ਜੀ। ਐਕਚੁਅਲੀ ਕੀ ਹੈ, ਮੈਨੂੰ ਜੋ ਸਮਝ ਆ ਰਹੀ ਹੈ, ਮੈਂ ਦੇਖੋ ਸੁਪਰੀਮ ਕੋਰਟ ਸਾਹਿਬ ਜੱਜ ਸਾਹਿਬ ਦੀ ਮਾਈਂਡ ਨੂੰ ਤਾਂ ਨਹੀਂ ਪੜ੍ਹ ਸਕਦਾ ਜੀ, ਲੇਕਿਨ ਮੈਨੂੰ ਜੋ ਸਮਝ ਆ ਰਹੀ ਹੈ ਕਿ ਸੁਪਰੀਮ ਕੋਰਟ ਦੇ ਉਸ ਬੈਂਚ ਨੇ ਜਿਨ੍ਹਾਂ 'ਚ ਸ਼ਾਇਦ ਚੀਫ ਜਸਟਿਸ ਸਾਹਿਬ ਵੀ ਬੈਠੇ ਸੀ, ਇਹ ਫੈਸਲਾ ਕਿਸ ਬੇਸ ਤੇ ਦਿੱਤਾ? ਜਿਹੜਾ ਫੈਸਲਾ ਸਿਰਫ ਤੇ ਸਿਰਫ ਟਿਊਸ਼ਨ ਫੀਸ ਦਾ ਆਇਆ ਸੀ, ਉਹਨੂੰ ਸਟੇ ਕਰਾਉਣ ਲਈ ਪ੍ਰਾਈਵੇਟ ਸਕੂਲ ਗਏ ਨੇ, ਮਤਲਬ ਜੱਜ ਸਾਹਿਬਾਨ ਨੇ ਉਹ ਪੜ੍ਹਿਆ ਹੋਣਾ ਕਿ ਉਹਦੇ 'ਚ ਲਿਖਿਆ ਟਿਊਸ਼ਨ ਫੀਸ ਦੇਣੀ ਹੈ ਜੀ। ਕੋਰਟ ਨੇ ਵੀ ਇਹ ਗੱਲ ਕਹਿਤੀ ਕਿ ਟਿਊਸ਼ਨ ਮਤਲਬ ਫੀਸ ਦੇ ਦਿਓ ਤੁਸੀਂ, ਇਕੱਲੀ ਫੰਡ ਨਾ ਦਿਓ ਹਜੇ। ਉਹਨਾਂ ਨੇ ਵੀ ਦੇਖੋ ਇਹੀ ਮੈਨੂੰ ਜੋ ਸਮਝ ਆਉਂਦੀ ਹੈ ਕਿ ਫੀਸ ਲਿਖਤੀ ਜੀ, ਹਾਂ ਉਹਨਾਂ ਟਿਊਸ਼ਨ ਫੀਸ ਨਹੀਂ ਲਿਖਿਆ, ਫੀਸ ਲਿਖੀ ਹੈ। ਸੋ ਅੱਗੇ ਕੀ ਲਿਖਿਆ ਕਿ ਕਿਸੇ ਬੱਚੇ ਦਾ ਫੀਸ ਆਈ ਹੈ, ਚਾਹੇ 1 ਪੈਸਾ ਵੀ ਨਹੀਂ ਆਇਆ, ਦੇਖੋ ਇੱਥੇ ਕੋਈ ਸਪੈਸੀਫਾਈ ਨਹੀਂ ਕੀਤਾ ਵੀ ਉਹਦੀ ਅੱਧੀ ਆਈ ਹੈ, 25% ਆਈ ਹੈ, 30% ਆਈ ਹੈ ਤਾਂ ਰਿਜ਼ਲਟ ਦੇਣਾ। ਉਹ ਕਹਿੰਦੇ ਅਗਰ ਉਹਦੀ ਫੀਸ ਨਹੀਂ ਆਈ, ਏਰੀਅਰ ਦਾ ਇੰਸਟਾਲਮੈਂਟ ਕੋਈ ਡਿਊ ਹੈ, ਕੋਈ ਵੀ ਚੀਜ਼ ਡਿਊ ਹੈ ਤੁਹਾਡੀ, ਉਹਦਾ ਰਿਜ਼ਲਟ ਨਹੀਂ ਰੋਕਣਾ, ਉਹਦੀ ਪੜ੍ਹਾਈ ਨਹੀਂ ਰੋਕਣੀ, ਕਲਾਸ ਆਨਲਾਈਨ ਹੈ ਜਾਂ ਆਫਲਾਈਨ ਉਹ ਨਹੀਂ ਰੋਕਣੀ, ਉਹਨੂੰ ਇੱਕ ਕਲਾਸ ਤੋਂ ਦੂਜੀ ਕਲਾਸ 'ਚ ਪ੍ਰਮੋਟ ਕਰਨਾ, ਪਾਸ ਹੋ ਗਿਆ ਪ੍ਰਮੋਟ ਕਰਨਾ ਹੀ ਕਰਨਾ। ਲੇਕਿਨ ਸਕੂਲ ਇਸ ਚੀਜ਼ ਨੂੰ ਮੰਨ ਨਹੀਂ ਰਹੇ ਜੀ। ਸਾਡੀ ਵੀ ਇਹ 'ਚ ਤੁਹਾਡੀ ਗੱਲ ਬਿਲਕੁਲ ਚਿੰਤਾ ਪੇਰੈਂਟਸ ਦੀ ਜਾਇਜ਼ ਹੈ ਕਿ ਸਕੂਲ ਕੋਈ ਵੀ ਸਕੂਲ ਨੂੰ ਬਹੁਤੇ ਸਕੂਲ ਨੂੰ ਫੋਲੋ ਨਹੀਂ ਕਰ ਰਹੇ ਜੀ। ਹੁਣ ਗੱਲ ਆ ਜਾਂਦੀ ਹੈ ਕਿ ਆਰਡਰ ਤਾਂ ਸੁਪਰੀਮ ਕੋਰਟ ਨੇ ਕਰਤਾ ਜੀ, ਸਕੂਲ ਵਾਲੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਜੀ। ਫਿਰ ਗੱਲ ਆ ਜਾਂਦੀ ਵੀ ਹੁਣ ਇਹਦਾ ਕਰੀਏ ਕੀ ਜੀ ਆਪਾਂ? ਬਿਲਕੁਲ ਬੇਸਿਕਲੀ ਪ੍ਰੋਬਲਮ ਸਾਰੇ ਪੇਰੈਂਟਸ ਨੂੰ ਇਹ ਹੈ ਕਿ ਇਹਦਾ ਕੀਤਾ ਕੀ ਜਾਵੇ, ਆਰਡਰ ਤਾਂ ਆ ਗਿਆ ਜੀ ਸੁਪਰੀਮ ਕੋਰਟ ਦਾ, ਇਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਵੇ? ਸਭ ਤੋਂ ਵੱਡੀ ਗੱਲ ਤਾਂ ਇੰਪਲੀਮੈਂਟੇਸ਼ਨ ਹੈ। ਕੋਰਟ ਨੇ ਮਾਨਯੋਗ ਅਦਾਲਤਾਂ ਨੇ ਆਰਡਰ ਦੇਤਾ, ਆਰਡਰ ਤੋਂ ਬਾਅਦ ਉਹਨੂੰ ਹੁਣ ਮਨਾਊ ਕੌਣ? ਮਨਵਾਇਆ ਕਿਵੇਂ ਜਾਊਗਾ? ਚਾਹੇ ਉਹ ਹਾਈ ਕੋਰਟ ਹੈ ਜੀ, ਚਾਹੇ ਸੁਪਰੀਮ ਕੋਰਟ ਆ। ਦੇਖੋ ਜੱਜ ਸਾਹਿਬਾਨ ਨੇ, ਕੋਰਟ ਨੇ ਇੱਕ ਆਰਡਰ ਕਰਨਾ ਹੁੰਦਾ, ਉਹਨੂੰ ਇੰਪਲੀਮੈਂਟ ਕਰਨ ਦੀ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਬਿਊਰੋਕਰੇਟ ਦੀ, ਜਿਹੜੇ ਵੀ ਕੰਸਰਨ ਆਫੀਸਰ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਹੁਣ ਇਹ ਤਾਂ ਸਟੇਟ ਦਾ ਮੈਟਰ ਹੈ, ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਹੋਰ ਉਸ ਤੋਂ ਥੋੜ੍ਹਾ ਜਿਹਾ ਅੱਗੇ ਚਲੇ ਜਾਈਏ ਤਾਂ ਐਜੂਕੇਸ਼ਨ ਨਾਲ ਰਿਲੇਟਡ ਹੈ, ਤੇ ਇਹ ਐਜੂਕੇਸ਼ਨ ਸੈਕਟਰੀ ਦੀ ਜ਼ਿੰਮੇਵਾਰੀ ਬਣ ਗਈ ਜੀ। ਉਹਨਾਂ ਨੇ ਕੋਈ ਆਰਡਰ ਕਰਨਾ ਕਿ ਇਸ ਤਰ੍ਹਾਂ ਕਰਕੇ ਇਸ ਆਰਡਰ ਨੂੰ ਫੋਲੋ ਕਰਾਇਆ ਜਾਵੇ, ਠੀਕ ਹੈ ਜੀ। ਹੁਣ ਜਦੋਂ ਸਕੂਲਾਂ ਨੇ ਇਹ ਚੀਜ਼ਾਂ ਕਰਨੀਆਂ ਸ਼ੁਰੂ ਕੀਤੀਆਂ, ਬੱਚਿਆਂ ਨੂੰ ਪਰੇਸ਼ਾਨ ਕੀਤਾ, ਰਿਜ਼ਲਟ ਨਹੀਂ ਦਿੱਤਾ, ਕਿਸੇ ਦੀ ਪ੍ਰਮੋਸ਼ਨ ਰੋਕ ਲਈ, ਕਿਸੇ ਦੀ ਆਨਲਾਈਨ ਕਲਾਸ ਕਹਿੰਦੇ ਅਸੀਂ ਨਹੀਂ ਲਾਉਂਦੇ ਜੀ, ਅਸੀਂ ਅੱਗੇ ਤੁਹਾਨੂੰ ਐਡਮਿਸ਼ਨ ਨਹੀਂ ਦੇਣੀ, ਇਹ ਚੀਜ਼ਾਂ ਹੋਈਆਂ ਤਾਂ ਕੁਝ ਲੋਕਾਂ ਨੇ ਡੀਓ ਸਾਹਿਬ ਨੂੰ ਸ਼ਿਕਾਇਤਾਂ ਕੀਤੀਆਂ ਜੀ। ਫਿਰ ਸਾਡੇ ਕੋਲੇ ਬਹੁਤ ਸਾਰੀਆਂ ਸ਼ਿਕਾਇਤਾਂ ਸਾਡੇ ਕੋਲੇ ਆਈਆਂ ਜੀ, ਸਾਂਝਾ ਪੰਜਾਬ ਸਾਂਝੀ ਆਵਾਜ਼ ਦੇ ਮੰਚ ਤੋਂ ਸਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ।
ਅਸੀਂ ਫਿਰ ਇੱਕ ਪੂਰੇ ਪੰਜਾਬ ਦੀ ਇੱਕ 7 ਤਰੀਕ ਨੂੰ 7/4 ਨੂੰ ਇੱਕ ਮੀਟਿੰਗ ਰੱਖੀ ਸੀ ਪੂਰੇ ਪੰਜਾਬ ਦੇ 22 ਦੇ 22 ਜ਼ਿਲ੍ਹਿਆਂ ਦੀ ਜੀ, ਤੇ ਉਹਦੇ 'ਚ ਅਸੀਂ ਡਿਸਾਈਡ ਕੀਤਾ ਵੀ ਕੀਤਾ ਕੀ ਜਾਵੇ, ਵੀ ਪੇਰੈਂਟਸ ਨੂੰ ਪਰੇਸ਼ਾਨੀ ਆ ਰਹੀ ਹੈ, ਵੀ ਅਸੀਂ ਇਹ ਤੈਅ ਕੀਤਾ ਹੈ ਕਿ ਇਸ ਆਰਡਰ ਨੂੰ ਲਾਗੂ ਕਰਾਉਣ ਦੀ ਜ਼ਿਲ੍ਹੇ ਦੇ ਡੀਸੀ ਸਾਹਿਬ ਦੀ ਜ਼ਿੰਮੇਵਾਰੀ, ਡਿਪਟੀ ਕਮਿਸ਼ਨਰ ਸਾਹਿਬ ਦੀ ਜ਼ਿੰਮੇਵਾਰੀ ਹੈ। ਡਿਪਟੀ ਸਾਹਿਬ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਇਸ ਕਰਕੇ ਨਹੀਂ ਬਣਦੀ ਕਿ ਉਹ ਡਿਪਟੀ ਕਮਿਸ਼ਨਰ ਨੇ, ਉਹਨਾਂ ਦੇ ਨਾਲ ਉਹਨਾਂ ਕੋਲ ਇੱਕ ਹੋਰ ਜ਼ਿੰਮੇਵਾਰੀ ਹੈ ਕਿ ਉਹ ਫੀ ਰੈਗੂਲੇਟਰੀ ਐਕਟ ਜੋ ਬਣਿਆ ਹੋਇਆ ਪੰਜਾਬ ਦਾ, ਜਿਹਦੀ ਉਹਨੂੰ ਫੀਸਾਂ ਨੂੰ ਰੈਗੂਲੇਟ ਕਰਦੀ ਹੈ, ਧਿਆਨ ਰੱਖਣੀ ਹੈ ਕਿ ਵੱਧ ਘੱਟ ਨਾ ਵਧਾਉਣ, ਚੈੱਕ ਰੱਖਣਾ ਉਹਨਾਂ ਨੇ। ਉਹ ਫੀ ਰੈਗੂਲੇਟਰੀ ਐਕਟ 'ਚ ਉਸ ਫੀ ਰੈਗੂਲੇਟਰੀ ਐਕਟ ਦੇ ਚੇਅਰਮੈਨ ਨੇ ਡੀਸੀ ਸਾਹਿਬ, ਉਹਨਾਂ ਕੋਲ 2 ਪੋਸਟਾਂ ਨੇ, ਐਜ਼ ਏ ਡੀਸੀ ਵੀ ਉਹਨਾਂ ਨੇ ਦੇਖਣਾ ਉਸ ਰੈਗੂਲੇਟਰੀ ਐਕਟ ਦੇ ਚੇਅਰਮੈਨ ਹੁੰਦੇ, ਜਿਹੜੀ ਫੀਸ ਕਮੇਟੀ ਬਣਦੀ ਹੈ ਉਹਦੇ ਚੇਅਰਮੈਨ ਉਹ ਨੇ ਕਮੇਟੀ ਦੇ, ਮਤਲਬ ਫੀਸਾਂ ਨਾਲ ਰਿਲੇਟਡ ਜਿੰਨੇ ਮੈਟਰ ਸਕੂਲਾਂ ਦੇ ਹੋਣਗੇ ਜਾਂ ਪੇਰੈਂਟਸ ਦੇ ਹੋਣਗੇ, ਉਹਨਾਂ ਦਾ ਕੰਸਰਨ ਜੋ ਆ ਉਹਦੀ ਕੰਪਲੇਂਟ ਡੀਸੀ ਸਾਹਿਬ ਨੇ ਸੌਰਟ ਆਊਟ ਕਰਨੀ ਹੈ ਜੀ। ਉਹਨਾਂ ਉਹ ਇੱਕ ਕਮੇਟੀ ਬਣਾਉਂਦੇ ਆ, ਉਹਦੇ ਉਹ ਚੇਅਰਮੈਨ ਨੇ। ਸੋ ਇਹਨੂੰ ਇੰਪਲੀਮੈਂਟ ਕਰਾਉਣ ਦੀ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਦੂਰੀ ਜ਼ਿੰਮੇਵਾਰੀ ਬਣ ਗਈ ਹੁਣ। ਸੋ ਅਸੀਂ ਇਸ ਚੀਜ਼ ਦੇ ਸਿਲਸਿਲੇ 'ਚ ਪਿੱਛੇ ਜੇ ਜਲੰਧਰ ਗਏ ਜੀ, ਫਿਰ ਜਲੰਧਰ ਡੀਸੀ ਸਾਹਿਬ ਨੂੰ ਮਿਲੇ, ਉੱਥੇ ਕਾਫੀ ਸਾਡੇ ਨਾਲ ਕੁਝ ਹੋਇਆ, ਡੀਸੀ ਸਾਹਿਬ ਨੇ ਸਾਡੀ ਗੱਲ ਨਹੀਂ ਸੁਣੀ, ਬੁਲਾਇਆ ਅੰਦਰ, ਆਪ ਉੱਠ ਕੇ ਚਲੇ ਗਏ। ਅਸੀਂ ਉੱਥੇ ਸੰਘਰਸ਼ ਕੀਤਾ ਜੀ, ਫਿਰ ਸਾਨੂੰ ਗੁੱਸਾ ਆਇਆ ਇਸ ਚੀਜ਼ ਦਾ ਕਿ ਯਾਰ ਅਸੀਂ ਬੇਵਕੂਫ ਥੋੜ੍ਹੀਆਂ, ਪੇਰੈਂਟਸ ਆਏ ਨੇ, ਜਨਤਾ ਤੁਹਾਡੇ ਕੋਲੇ ਆਈ ਹੈ, ਤੁਸੀਂ ਜ਼ਿਲ੍ਹੇ ਦੇ ਮਾਲਕ ਹੋ, ਤੁਹਾਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਉੱਥੇ ਅਸੀਂ ਥੋੜ੍ਹੀ ਜਿਹੀ ਪ੍ਰੋਟੈਸਟ ਕੀਤਾ, ਐਜੀਟੇਸ਼ਨ ਸਾਨੂੰ ਕਰਨੇ ਪਏ ਜੀ, ਔਰ ਅਸੀਂ ਉਸ ਦਿਨ ਡੀਸੀ ਸਾਹਿਬ ਨੂੰ ਇਹ ਗੱਲ ਜਚਾਈ, ਉਹਨਾਂ ਨੂੰ ਦਲੀਲ ਨਾਲ ਇਹ ਗੱਲ ਦੱਸੀ ਕਿ ਤੁਹਾਨੂੰ ਇਹ ਆਰਡਰ ਕਰਨਾ ਹੀ ਪਊਗਾ, ਔਰ ਉਹਨਾਂ ਨੇ ਪੇਰੈਂਟਸ ਦੀ ਮਤਲਬ ਕਿ ਅਸੀਂ ਇਹ ਕਹਾਂਗੇ ਗੱਲ ਨੂੰ ਸੁਣਿਆ, ਦਲੀਲ ਨੂੰ ਸਮਝਿਆ, ਔਰ ਇੱਕ ਅੱਛੇ ਅਫੀਸਰ ਹੋਣ ਦਾ ਉਹਨਾਂ ਨੇ ਸਬੂਤ ਦਿੰਦੇ ਹੋਏ ਸੇਮ ਟਾਈਮ ਉਹਨਾਂ ਨੇ ਵਿਦਨ 1 ਆਵਰ ਸਾਨੂੰ ਇੱਕ ਆਰਡਰ ਦਿੱਤਾ ਕਿ ਸਾਰੇ ਸਕੂਲਾਂ ਨੂੰ ਆਰਡਰ ਕਰਤਾ ਕਿ ਇਸ ਸੁਪਰੀਮ ਕੋਰਟ ਦੇ ਆਰਡਰ ਨੂੰ ਲਾਗੂ ਕੀਤਾ ਜਾਵੇ, ਅਗਰ ਨਹੀਂ ਕੀਤਾ ਜਾਊ ਤਾਂ ਮੈਂ ਸਖਤ ਕਾਰਵਾਈ ਕਰੂੰਗਾ। ਇਹ ਅੱਛਾ ਫੈਸਲਾ ਸੀ ਉਹਨਾਂ ਦਾ। ਨਹੀਂ, ਇਹਦੇ ਵਿੱਚ ਹੁਣ ਇਹ ਆ ਵੀ ਤੁਸੀਂ ਜਲੰਧਰ ਦੇ ਵਿੱਚ ਇਹਨੂੰ ਇਸ ਤਰ੍ਹਾਂ ਦਾ ਜਿਹੜਾ ਆਰਡਰ ਹੈ ਉਹ ਡੀਸੀ ਸਾਹਿਬ ਤੋਂ ਕਢਵਾ ਚੁੱਕੇ ਹੋ, ਜਿਹੜੇ ਬਾਕੀ ਜ਼ਿਲ੍ਹੇ ਨੇ, ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮਾਪੇ ਨੇ ਉਹਨਾਂ ਨੂੰ ਵੀ ਫਿਰ ਇਸੇ ਤਰ੍ਹਾਂ ਦਾ ਇੱਕ ਆਰਡਰ ਹੈ ਜਿਹੜਾ ਉਹਨਾਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਨੇ, ਡੀਸੀ ਸਾਹਿਬ ਨੇ, ਉਹਨਾਂ ਤੋਂ ਇਹ ਆਰਡਰ ਕਢਵਾਉਣਾ ਪੈਣਾ। ਬਿਲਕੁਲ ਜੀ, ਅਸੀਂ ਹੁਣ ਇਸੇ ਚੀਜ਼ ਇੱਥੇ ਮੈਂ ਇੱਕ ਐਡ ਕਰਦਾ, ਹੁਣ ਆਪਾਂ ਬਠਿੰਡੇ ਬੈਠੇ ਹਾਂ ਜੀ, ਬਠਿੰਡੇ ਦੇ ਸਾਡੇ ਸਾਥੀ ਨੇ ਜਿਹੜੇ ਵੀ ਮਤਲਬ ਜਿਵੇਂ ਗੁਰਵਿੰਦਰ ਜੀ ਹੋ ਗਏ, ਜਿੰਦਰ ਜੀ ਹੋ ਗਏ, ਟੀਮ ਹੈ ਜੀ ਇੱਥੇ ਦੀ ਵੀ ਇੱਕ ਪੂਰੀ ਪ੍ਰੋਪਰ ਇੱਕ ਐਸੋਸੀਏਸ਼ਨ ਕੰਮ ਕਰਦੀ ਹੈ ਜੀ। ਉਹਨਾਂ ਨੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੇ ਉਹਨਾਂ ਨੇ ਵੀ ਡੀਓ ਸਾਹਿਬ ਨੂੰ ਸ਼ਿਕਾਇਤਾਂ ਕੀਤੀਆਂ ਜੀ, ਤੇ ਉਹ ਗਏ ਨੇ ਡੀਓ ਸਾਹਿਬ। ਦੇਖੋ ਡੀਸੀ ਸਾਹਿਬ ਕੋਲ ਜਾਣ ਦੀ ਸਾਨੂੰ ਲੋੜ ਨਹੀਂ ਪਈ, ਇੱਥੇ ਮੈਂ ਕਹਿ ਦਵਾਂ ਵੀ ਡੀਓ ਸਾਹਿਬ ਨੇ ਇੱਕ ਆਪਣੇ ਵੱਲੋਂ ਇੱਕ ਲੈਟਰ ਜਾਰੀ ਕਰਤਾ ਕਿ ਇਹਨਾਂ ਦੇ ਫੈਸਲਿਆਂ ਜਿਹੜਾ ਫੈਸਲਾ ਆਇਆ ਇਹਦੀ ਇਹਨੇ ਪਾਲਣਾ ਕਰਵਾਈ ਜਾਵੇ, ਕੀਤੀ ਜਾਵੇ, ਸਕੂਲਾਂ ਨੂੰ ਲਿਖਿਆ। ਔਰ ਉਸ ਤੋਂ ਅੱਗੇ ਜਾ ਕੇ ਡੀਓ ਸਾਹਿਬ ਨੇ ਕੀ ਲਿਖਿਆ ਕਿ ਅਗਰ ਇਸ ਦੀ ਪਾਲਣਾ ਨਹੀਂ ਕੀਤੀ ਜਾਂਦੀ, ਹੁਕਮ ਅਦੂਲੀ ਕੀਤੀ ਜਾਂਦੀ ਹੈ, ਵਾਇਲੇਸ਼ਨ ਕੀਤੀ, ਕੰਟੈਂਪਟ ਕੀਤੀ ਜਾਂਦੀ ਹੈ, ਤਾਂ ਅਸੀਂ ਡੀਓ ਸਾਹਿਬ ਉਸ ਸਕੂਲ ਦੀ ਮਾਨਤਾ ਰੱਦ ਕਰਨ ਲਈ ਉਸ ਅਧਿਕਾਰੀਆਂ ਨੂੰ ਲਿਖ ਦੇਣਗੇ ਜੀ। ਇੱਥੋਂ ਤੱਕ ਦਾ ਮਤਲਬ ਉਹਨਾਂ ਨੇ ਲਿਖ ਕੇ ਦਿੱਤਾ ਹੈ। ਲੇਕਿਨ ਇਸ ਦੇ ਬਾਵਜੂਦ ਵੀ ਬਠਿੰਡੇ ਦੇ ਬਹੁਤ ਸਾਰੇ ਸਕੂਲ ਇਹੋ ਜਿਹੇ ਨੇ ਜਿਹੜੇ ਇਸ ਆਰਡਰ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਜੀ। ਸੋ ਅਸੀਂ ਫਿਰ ਇਹ ਤੈਅ ਕੀਤਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨ ਨੂੰ ਇੱਕ ਮੰਗ ਪੱਤਰ ਅਸੀਂ ਦੇਵਾਂਗੇ ਜੀ, ਔਰ ਉਹਨਾਂ ਨੂੰ ਬੜੀ ਪੋਲਾਈਟਲੀ, ਬੜੀ ਨਰਮਾਈ ਨਾਲ, ਬੜੀ ਨਿਮਰਤਾ ਨਾਲ ਇੱਕ ਬੇਨਤੀ ਕਰਾਂਗੇ ਕਿ ਜੀ ਇਹ ਜਿਹੜੇ ਫੈਸਲੇ ਇਹਨਾਂ ਨੂੰ ਤੁਸੀਂ ਸਖਤਾਈ ਨਾਲ ਲਾਗੂ ਕਰੋ, ਇੱਕ ਸਖਤ ਆਰਡਰ ਤੁਸੀਂ ਜਾਰੀ ਕਰੋ, ਕਿ ਨਹੀਂ ਕਰੋਗੇ ਤਾਂ ਮੈਂ ਕਾਰਵਾਈ ਕਰੂੰਗਾ। ਸੋ ਉਹਦੇ ਲਈ ਅਸੀਂ ਇਹ ਕੀਤਾ ਕਿ ਅਸੀਂ ਇੱਕ ਲੈਟਰ ਦੇਵਾਂਗੇ, ਉਹਦੇ 'ਚ 2 ਦਿਨ ਦਾ ਟਾਈਮ ਅਸੀਂ ਡੀਸੀ ਸਾਹਿਬ ਨੂੰ ਦੇ ਦੇਵਾਂਗੇ ਵੀ 2 ਦਿਨ ਦਾ ਨੋਟਿਸ ਇੱਕ ਤਰ੍ਹਾਂ ਦਾ ਦੇ ਦਿੱਤਾ। ਲੇਕਿਨ ਅਗਰ 2 ਦਿਨ 'ਚ ਕਾਰਵਾਈ ਨਹੀਂ ਹੁੰਦੀ ਜੀ, ਮੈਂ ਇੱਥੇ ਸਾਫ਼ ਲਫ਼ਜ਼ਾਂ 'ਚ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿ ਦੇਣਾ, ਜਿੰਨੇ ਡਿਪਟੀ ਕਮਿਸ਼ਨਰ ਸਾਹਿਬਾਨ ਮੈਨੂੰ ਤੱਕ ਇਹ ਵੀਡੀਓ ਪਹੁੰਚੇ, ਕੋਸ਼ਿਸ਼ ਕੀਤੀ ਹੋਵੇ ਸਾਰਿਆਂ ਤੱਕ ਪਹੁੰਚੇ ਔਰ ਸਾਰੇ ਸੁਣਦੇ ਹੋਣ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਹਾਨੂੰ 2 ਦਿਨ ਦਾ ਸਮਾਂ ਦੇਵਾਂਗੇ ਜੀ, ਅਸੀਂ ਸਬਰ ਨਹੀਂ ਹੁਣ ਸਾਡੇ ਕੋਲ ਹੈਗਾ, ਬੱਚੇ ਬਹੁਤ ਪਰੇਸ਼ਾਨ ਨੇ, ਮਾਪੇ ਬਹੁਤ ਪਰੇਸ਼ਾਨ ਨੇ, ਨਵਾਂ ਸੈਸ਼ਨ ਸਟਾਰਟ ਹੋਣਾ ਹੈ, ਔਰ 2 ਦਿਨ 'ਚ ਅਗਰ ਤੁਸੀਂ ਇਸ ਹੁਕਮ ਆਰਡਰ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਤੀਜੇ ਦਿਨ 'ਚ ਪੰਜਾਬ ਦੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਧਰਨੇ ਲੱਗਣਗੇ। ਪਹਿਲੇ ਦਿਨ ਸਿੰਪਲ ਧਰਨਾ ਲੱਗੂਗਾ, ਉਸ ਤੋਂ ਬਾਅਦ ਭੁੱਖ ਹੜਤਾਲ ਸਟਾਰਟ ਕੀਤੀ ਜਾਊਗੀ ਜੀ। ਈਵਨ ਅਸੀਂ ਮਰਨ ਵਰਤ ਤੱਕ ਜਾਵਾਂਗੇ, ਅਸੀਂ ਉਹਨਾਂ ਚਿਰ ਉੱਥੋਂ ਨਹੀਂ ਉੱਠਣਾ ਜਦ ਤੱਕ ਡੀਸੀ ਸਾਹਿਬ ਆਰਡਰ ਨਹੀਂ ਕਰਦੇ ਜੀ। ਪੰਜਾਬ ਦੇ ਲੋਕਾਂ ਨੂੰ ਨਾ, ਮਾਪਿਆਂ ਨੂੰ, ਜਿਹੜੇ ਮਾਪੇ ਆ ਸਮੇਂ ਪਰੇਸ਼ਾਨ ਨੇ, ਜਾਂ ਕੁਝ ਮਾਪੇ ਇਦਾਂ ਦੇ ਵੀ ਆ ਜਿਹੜੇ ਕਿ ਅੱਧ ਫੀਸਾਂ ਭਰ ਵੀ ਚੁੱਕੇ ਆ, ਕਿਉਂਕਿ ਹਾਲਾਤ ਕੋਵਿਡ ਕਰਕੇ ਜਿਹੜੇ ਆਰਥਿਕ ਹਾਲਾਤ ਆ ਬਹੁਤ ਸਾਰੇ ਪਰਿਵਾਰਾਂ ਦੇ ਮਾੜੇ ਨੇ, ਰੋਜੀ ਰੋਟੀ ਦਾ ਫਿਕਰ ਆ ਜਿਹੜਾ ਉਹ ਮਾਪਿਆਂ ਨੂੰ ਇਸ ਮਾੜੇ ਹਾਲਾਤ ਕਰਕੇ ਪਿਆ ਹੋਇਆ, ਨੌਕਰੀਆਂ ਛੁੱਟ ਗਈਆਂ, ਕੰਮਕਾਰ ਠੱਪ ਹੋ ਗਿਆ। ਉਹਨਾਂ ਮਾਪਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਮਾਪੇ ਹਜੇ ਫੀਸ ਭਰਨ ਤੋਂ ਅਸਮਰੱਥ ਹੈ ਤੇ ਫਿਕਰਮੰਦ ਇਸ ਗੱਲ ਤੇ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਸਕੂਲ ਚੋਂ ਕੱਢ ਨਾ ਦਿੱਤਾ ਜਾਵੇ? ਠੀਕ ਹੈ ਜੀ, ਦੇਖੋ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਜੀ। ਮੈਂ ਬਾਰ-ਬਾਰ ਇੱਕ ਗੱਲ ਰਿਪੀਟ ਕਰਦਾ, ਹੁਣ ਤੁਸੀਂ ਗੱਲ ਕੀਤੀ ਕਿ ਕੁਝ ਪੇਰੈਂਟਸ ਨੇ ਕੁਝ % ਫੀਸ ਜਮ੍ਹਾਂ ਕਰਾਈ ਹੋਈ ਹੈ ਜੀ। ਉਹ ਕੁਝ % ਫੀਸ ਕਿਹੜੀ ਹੈ ਜੀ? ਕਿਉਂਕਿ ਜਦੋਂ ਹਾਈ ਕੋਰਟ ਦਾ ਕੰਟਰਮ ਆਰਡਰ ਆਇਆ ਕਿ ਤੁਸੀਂ ਟਿਊਸ਼ਨ ਫੀਸ ਦੇਣੀ ਹੈ, ਆਨਲਾਈਨ ਕਲਾਸਿਸ ਜਿਹਨਾਂ ਦੀ ਲੱਗੀਆਂ ਨੇ, ਉਦੋਂ ਅਸੀਂ ਹਰ ਪੇਰੈਂਟਸ ਨੂੰ ਕਿਹਾ ਵੀ ਤੁਸੀਂ ਆਪਣੇ ਸਕੂਲ ਦੀ ਟਿਊਸ਼ਨ ਫੀਸ ਦੇ ਦਿਓ ਜੀ। ਲੇਕਿਨ ਹੁਣ ਉੱਥੇ ਵੀ ਇੱਕ ਸਕੂਲਾਂ ਦਾ ਲਾਲਚ ਉੱਥੇ ਵੀ ਹੈ ਜੀ।
ਇਮਾਨਦਾਰੀ ਸਕੂਲਾਂ ਦੀ ਉੱਥੇ ਵੀ ਹੈ ਨਹੀਂ ਗੀ। ਹੁਣ ਉਹਨਾਂ ਨੇ ਕੀ ਕੀਤਾ ਜੀ, ਜਦੋਂ ਲੱਗਿਆ ਵੀ ਹਾਈ ਕੋਰਟ ਨੇ ਇੱਕ ਟਿਊਸ਼ਨ ਫੀਸ ਲਈ ਕਹਿਤਾ, ਹੁਣ ਟਿਊਸ਼ਨ ਫੀਸ ਮੈਂ ਇੱਕ ਸਕੂਲ ਦੀ, ਕਿਸੇ ਵੀ ਸਕੂਲ ਦੀ ਐਵਰੇਜ ਹੀ ਮੰਨਦਾ, ਵੈਸੇ ਗੱਲ ਕਰਦਾ, ਇੱਕ ਫਾਰ ਐਗਜ਼ਾਮਪਲ ਗੱਲ ਕਰਨਾ, ਉਹ 1000 ਰੁਪਈਆ ਸੀਗੀ ਜੀ। ਹੁਣ ਉਹਨਾਂ ਨੇ ਆਖਿਆ ਸਾਨੂੰ ਤਾਂ 1000 ਰੁਪਈਆ ਹੀ ਮਿਲਣਾ ਯਾਰ, ਬਾਕੀ ਦੇ ਫੰਡ ਤਾਂ ਸਾਨੂੰ ਹਾਈ ਕੋਰਟ ਨੇ ਮਨਾ ਕਰਤੇ। ਉਹਨਾਂ ਨੇ ਕੀ ਕੀਤਾ, ਜਿਹੜੀ ਮੰਥਲੀ ਫੀਸ ਹੁੰਦੀ ਸੀ ਜੀ, ਉਹ ਮੰਥਲੀ ਫੀਸ ਨੂੰ ਮੰਥਲੀ ਕੱਟ ਕੇ ਉਹਦੇ ਮੂਹਰੇ ਟਿਊਸ਼ਨ ਲਿਖਤਾ ਜੀ। ਹੁਣ ਉਹ 1000 ਰੁਪਏ ਦੀ ਬਜਾਏ 1800 ਰੁਪਈਆ ਹੋ ਗਈ ਜੀ। ਅੱਛਾ, ਮਤਲਬ ਇਹ ਇੱਕ ਚਲਾਕੀ ਹੈ ਜਾਂ ਮੈਨੀਪੂਲੇਸ਼ਨ ਹੈ, ਇਹ ਇੱਕ ਬੇਈਮਾਨੀ ਹੈ ਪੇਰੈਂਟਸ ਦੇ ਨਾਲ। ਹੁਣ ਅਸੀਂ ਫਿਰ ਪੇਰੈਂਟਸ ਦਾ ਇਹ ਫੋਨ ਆਉਂਦਾ ਜੀ, ਹੁਣ ਸਾਨੂੰ ਟਿਊਸ਼ਨ ਫੀਸ ਕਿਵੇਂ ਪਤਾ ਲੱਗੇ ਜੀ। ਤੁਹਾਡੀ ਗੱਲ ਨੂੰ ਮੈਂ ਥੋੜਾ ਜਿਹਾ ਬਾਅਦ ਚ ਕਲੈਰੀਫਾਈ ਕਰਦਾ ਕਿ ਮਾਪੇ ਕੀ ਕਰਨ। ਮੈਂ ਇੱਥੇ ਟਿਊਸ਼ਨ ਫੀਸ ਦੀ ਗੱਲ ਕਰ ਦਿੰਦਾ ਜੀ, ਕਿ ਹੁਣ ਸਾਨੂੰ ਕੀ ਪਤਾ ਟਿਊਸ਼ਨ ਫੀਸ ਕੀ ਹੁੰਦੀ ਹੈ, ਸਾਨੂੰ ਪਤਾ ਨਹੀਂ ਜੀ ਕਿਸੇ ਨੂੰ ਵੀ। ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕਿ ਟਿਊਸ਼ਨ ਫੀਸ ਹੁੰਦੀ ਕੀ ਹੈ, ਨਾ ਸਕੂਲ ਦੱਸਦੇ ਆ ਜੀ, ਨਾ ਉਹਨੂੰ ਬਿਲਕੁਲ ਬਾਈਫਰਕੇਟ ਕਰਕੇ ਕੋਈ ਚਾਰਟ ਸਾਨੂੰ ਦਿੰਦੇ ਨੇ ਜੀ। ਅਗਰ ਮੰਗਣ ਚਲੇ ਜਾਓ, ਸਾਡਾ ਤਾਂ ਜੀ ਪ੍ਰਾਈਵੇਟ ਸੰਸਥਾ, ਅਸੀਂ ਤਾਂ ਆਰਟੀ ਚ ਦੇ ਨਹੀਂ ਸਕਦੇ ਉਹਨੂੰ। ਫਿਰ ਉਹਦਾ ਇੱਕ ਹੱਲ ਹੈ ਜੀ, ਮੈਂ ਉਹਦਾ ਇੱਕ ਹੱਲ ਲੱਭਿਆ ਜੀ, ਕਿ ਦੇਖੋ ਜੀ ਅਸੀਂ ਇਨਕਮ ਟੈਕਸ ਭਰਦੇ ਹਾਂ ਜੀ, ਆਲਮੋਸਟ ਅਸੀਂ ਸਾਰੇ ਹੀ ਭਰਦੇ ਹਾਂ, 99% 70% ਸਾਰੇ ਭਰਦੇ ਆ ਜੀ। ਔਰ ਕਿੱਡੀ ਹਾਸੋਹੀਣੀ ਦੇਖੋ ਗੱਲ ਹੈ ਜੀ, ਕਿੰਨੀ ਬੁਰੀ ਗੱਲ ਹੈ ਸੈਂਟਰ ਗੌਰਮੈਂਟ ਵਾਸਤੇ ਜਾਂ ਇਨਕਮ ਟੈਕਸ ਡਿਪਾਰਟਮੈਂਟ ਵਾਸਤੇ। ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅੱਜ ਮੈਂ ਅਪੀਲ ਕਰਦਾ ਕਿ ਸਾਨੂੰ ਰਿਬੇਟ ਕਿਸ ਚੀਜ਼ ਤੇ ਮਿਲਣੀ ਹੈ ਜੀ। ਤੁਸੀਂ ਭਾਜੀ ਫੀਸ ਦਿੰਦੇ ਹੋ ਸਕੂਲ ਨੂੰ, ਪੈਸੇ ਦਿੰਦੇ ਹੋ ਸਾਲ ਭਰ ਦਾ 1 ਲੱਖ ਰੁਪਈਆ, ਉਹਦੇ ਤੇ ਤੁਹਾਨੂੰ ਰਿਬੇਟ ਲੱਖ ਰੁਪਏ ਤੇ ਨਹੀਂ ਮਿਲਣੀ ਜੀ। ਮਤਲਬ ਤੁਹਾਡੀ ਜਿਹੜੀ ਰਿਟਰਨ ਆ 5 ਲੱਖ ਦੀ ਆ, ਤੁਹਾਨੂੰ ਰਿਬੇਟ ਦੇ ਤੁਸੀਂ ਲੱਖ ਰੁਪਈਆ ਐਜੂਕੇਸ਼ਨ ਦੇ ਲਈ ਦੇਤਾ, ਤੁਹਾਨੂੰ ਐਜੂਕੇਸ਼ਨ ਦੇ ਉੱਤੇ ਰਿਬੇਟ ਲੱਖ ਰੁਪਏ ਤੇ ਮਿਲਣੀ ਚਾਹੀਦੀ ਹੈ। ਹੁਣ ਕਿੱਡੀ ਮਾੜੀ ਗੱਲ, ਤਰਾਸਦੀ ਦੇਖੋ ਕਿੱਡੀ ਹੈ। ਤੁਹਾਨੂੰ ਰਿਬੇਟ ਮਿਲੂਗੀ 80C ਚ ਸਿਰਫ ਤੇ ਸਿਰਫ ਟਿਊਸ਼ਨ ਫੀਸ ਤੇ ਜੀ। ਹੁਣ ਟਿਊਸ਼ਨ ਫੀਸ ਦੀ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਉਹ 1000 ਰੁਪਏ ਹੋਊਗੀ ਜੀ। ਦੈਟ ਮੀਨਸ ਵੱਧ ਤੋਂ ਵੱਧ ਤੁਸੀਂ ਸਾਲ ਚ 20000 ਰੁਪਏ ਦਿੱਤਾ ਹੋਊਗਾ ਜੀ। ਬਿਲਕੁਲ। ਹੁਣ ਜਿਹੜਾ 20000 ਆ ਉਹਦੇ ਤੇ ਤੁਹਾਨੂੰ ਰਿਬੇਟ ਮਿਲ ਗਈ ਜੀ। ਹੁਣ ਜਿਹੜਾ ਤੁਸੀਂ 80000 ਰੁਪਏ ਐਕਸਟਰਾ ਦਿੱਤਾ ਹੋਇਆ ਜੀ, ਉਹ 2 ਨੰਬਰ 'ਚ ਚਲਾ ਗਿਆ ਜੀ ਸਕੂਲ ਕੋਲੇ ਜੀ। ਉਹਦਾ ਇੱਕ ਤਰ੍ਹਾਂ ਦਾ ਤੁਹਾਡਾ ਤਾਂ ਬਲੈਕ ਮਨੀ ਹੋ ਗਿਆ ਨਾ। ਇਸ ਤਰ੍ਹਾਂ ਸਰਕਾਰ ਦਾ ਤਾਂ ਉਹ ਮੰਨਦੀ ਹੈ ਕਿ ਤੇਰੇ 80000 ਰੁਪਏ ਅਸੀਂ ਨਹੀਂ ਵਾਈਟ ਮੰਨਦੇ ਭਾਈ ਜੀ। ਇੱਕ ਇਹਦੇ ਲਈ ਵੀ ਅਸੀਂ ਅੱਗੇ ਫਰਦਰ ਕੁਛ ਨਾ ਕੁਛ ਕਰਾਂਗੇ ਲੀਗਲੀ, ਔਰ ਇਨਕਮ ਟੈਕਸ ਨੂੰ ਲਿਖਣ ਦੀ ਕੋਸ਼ਿਸ਼ ਕਰਾਂਗੇ। ਹੁਣ ਟਿਊਸ਼ਨ ਫੀਸ ਦਾ ਪਤਾ ਕਿਵੇਂ ਲੱਗੇ ਜੀ, ਅਸੀਂ ਕੁਝ ਸਕੂਲਾਂ ਨੂੰ ਫਿਰ ਮੈਂ ਇੱਕ ਲੈਟਰ ਬਣਾਈ ਜੀ ਕਿ ਜੀ ਮੈਂ ਭਗਵੰਤ ਸਿੰਘ ਨੇ ਆਪਣਾ ਇਸ ਸਾਲ ਦਾ ਇਨਕਮ ਟੈਕਸ ਭਰਨਾ ਹੈ, ਔਰ ਉਹਦੇ 'ਚ ਮੈਂ 80C 'ਚ ਰਿਬੇਟ ਲੈਣੀ ਹੈ ਜੀ, ਅਤੇ ਮੈਨੂੰ ਇਹ ਦੱਸਤਾ ਜਾਵੇ ਕਿ ਮੈਂ ਪਿਛਲੇ ਸਾਲ 'ਚ ਐਜ਼ ਏ ਟਿਊਸ਼ਨ ਫੀਸ ਸਕੂਲ ਨੂੰ ਕਿੰਨੇ ਪੈਸੇ ਦਿੱਤੇ ਆ, ਕਿਉਂਕਿ ਮੈਨੂੰ ਰਿਬੇਟ ਸਿਰਫ ਟਿਊਸ਼ਨ ਫੀਸ ਤੇ ਮਿਲਣੀ ਹੈ। ਔਰ ਤੁਸੀਂ ਬਲੀਵ ਨਹੀਂ ਕਰਨਾ ਜੀ, ਜਿਹੜੇ ਸਕੂਲਾਂ ਦੇ ਸਾਲ ਦਾ ਲੱਖ ਰੁਪਈਆ ਜਾਂਦਾ, 80 70 ਹਜ਼ਾਰ ਰੁਪਏ ਜਾਂਦਾ, ਉਹਨਾਂ ਦੀ ਟਿਊਸ਼ਨ ਫੀਸ ਕਿੰਨੀ ਹੈ ਸਾਲ ਦੀ 7394 ਰੁਪਏ ਦੀ ਰਸੀਦ ਮੇਰੇ ਕੋਲ ਪਈਆਂ ਨੇ। ਅੱਛਾ ਭਾਜੀ 6300 ਰੁਪਏ ਦੀਆਂ ਜੀ, 8000 ਤੋਂ ਉੱਪਰ 9000 ਤੋਂ 9200 ਦੀ ਇੱਕ ਰਸੀਦ ਮੇਰੇ ਕੋਲ ਪਈ ਹੈ ਜੀ। ਕਿੰਨੇ ਸਕੂਲਾਂ ਦੀ ਮੇਰੇ ਕੋਲ ਪਈਆਂ ਨੇ, ਤੁਸੀਂ ਹਿਸਾਬ ਲਾਓ। 9200 10000 ਤੋਂ ਕੋਈ ਸਕੂਲ ਨਹੀਂ ਟੱਪਿਆ। ਮਤਲਬ ਜਿਹੜੇ ਬਾਕੀ ਫੰਡ ਹੈ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਲਏ ਜਾ ਰਹੇ ਆ। ਔਰ ਉਦੋਂ ਅਗਲੀ ਗੱਲ ਇਹ ਹੈ ਕਿ ਸਕੂਲ ਨੂੰ ਦੇਖੋ ਕਿੰਨੇ ਪੈਸੇ ਦੀ ਰਿਬੇਟ ਮਿਲਣੀ ਹੈ, ਸਕੂਲ ਨੂੰ ਸਾਰੇ ਪੈਸੇ ਦੀ ਰਿਬੇਟ ਮਿਲਦੀ ਹੈ। ਮਤਲਬ ਸਾਡੀ 5 ਕਰੋੜ ਇਕੱਠਾ ਕਰ ਲਿਆ, ਹਾਂ, ਉਹਨਾਂ ਦੀ ਇੱਕ ਲਿਮਟ ਹੈ ਵੀ ਇੰਨੇ ਕਰੋੜ ਤੱਕ ਤੁਹਾਨੂੰ ਫਾਮ ਹੈ ਜੀ, ਤੁਸੀਂ ਕੋਈ ਪੈਸਾ ਨਹੀਂ ਦੇਣਾ। ਅੱਛਾ, ਆਮ ਜਨਤਾ ਨੂੰ ਮਤਲਬ ਇਹੋ ਜਿਹੀਆਂ ਚੀਜ਼ਾਂ ਜਦੋਂ ਡੂੰਘਾਈ 'ਚ ਅਸੀਂ ਗਏ ਹਾਂ ਜੀ, ਸਾਨੂੰ ਬਹੁਤ ਚੀਜ਼ਾਂ ਪਤਾ ਲੱਗੀਆਂ ਨੇ। ਸੋ ਅਸੀਂ ਹੁਣ ਇਸ ਟੌਪਿਕ ਨੂੰ ਮਤਲਬ ਮੈਂ ਥੋੜਾ ਵਾਈਂਡ ਅਪ ਹੀ ਕਰ ਦਿੰਦਾ। ਅਸੀਂ ਗੱਲ ਉਸ ਤੇ ਆ ਜਾਂਦੇ ਕਿ ਹੁਣ ਪੇਰੈਂਟਸ ਕੀ ਕਰਨ, ਜਿਨ੍ਹਾਂ ਨੇ ਕੁਝ ਫੀਸਾਂ ਜਮ੍ਹਾਂ ਕਰਾਤੀਆਂ, ਫਿਰ ਸਕੂਲ ਵਾਲੇ ਮੰਨ ਰਹੇ ਜੀ। ਹੁਣ ਇਸ ਆਰਡਰ ਦੇ ਹਵਾਲੇ ਨਾਲ ਗੱਲ ਕਰਦਾ ਜੀ। ਇਸ ਆਰਡਰ 'ਚ ਲਿਖਿਆ ਕਿ 5 ਮਾਰਚ ਤੋਂ ਲੈ ਕੇ 5 ਅਗਸਤ ਤੱਕ ਤੁਸੀਂ ਪੈਸੇ ਦੇਣੇ ਨੇ ਜੀ, ਇੰਸਟਾਲਮੈਂਟ 'ਚ ਦੇ ਦਿਓ ਜੀ। ਅਸੀਂ ਐਜ਼ ਏ ਟਿਊਸ਼ਨ ਫੀਸ ਕੁਝ ਪੈਸੇ ਜਮ੍ਹਾਂ ਮੈਂ ਕਰਵਾਏ ਹੋਏ, ਮੇਰਾ ਬੱਚਾ ਪੜ੍ਹਦਾ ਕਿਤੇ, ਮੈਂ ਪੈਸੇ ਕੁਝ 5000 ਜਾਂ 20000 ਜਾਂ 10000 ਮੈਂ ਕੁਝ ਜਮ੍ਹਾਂ ਕਰਾਇਆ ਹੋਇਆ। ਦੈਟ ਮੀਨਸ ਉਹ ਇੱਕ ਇੰਸਟਾਲਮੈਂਟ ਵੀ ਹੋ ਸਕਦੀ ਹੈ, ਉਹ 2 ਵੀ ਹੋ ਸਕਦੀਆਂ ਨੇ। ਅੱਛਾ, ਇਹ ਮੰਥਲੀ ਇੰਸਟਾਲਮੈਂਟ ਦੀ ਗੱਲ ਨਹੀਂ ਹੈਗੀ ਇਹਦੇ 'ਚ ਵੀ ਅਸੀਂ ਹਰੇਕ ਮਹੀਨੇ ਇਹਨਾਂ ਦੇਣਾ। ਨਾ ਇੱਥੇ ਕੋਈ ਇਸ ਤਰ੍ਹਾਂ ਦਾ ਕੋਈ ਵਰਡ ਨਹੀਂ ਲਿਖਿਆ ਹੋਇਆ ਜੀ ਕਿ ਮੰਥਲੀ ਤੁਸੀਂ 1000 ਜਾਂ 1500 ਜਾਂ 20000 ਰੁਪਏ ਜਮ੍ਹਾਂ ਕਰਨਾ ਜੀ। ਇੱਥੇ ਕੋਈ ਅਮਾਊਂਟ ਨਹੀਂ ਸ਼ੋਅ ਕੀਤਾ। ਮਤਲਬ ਕਹਿਣ ਦਾ 5 ਅਗਸਤ ਤੱਕ ਤੁਸੀਂ ਪੈਸੇ ਪੂਰੇ ਕਰਨੇ ਜੀ, ਜਿਵੇਂ ਕਿ ਅਸੀਂ ਲੋਨ ਅਮਾਊਂਟ ਕਹਿ ਦਿੰਦੇ ਹਾਂ ਇੱਕ ਤਰ੍ਹਾਂ ਦਾ। ਸੁਪਰੀਮ ਕੋਰਟ ਨੇ ਬੜੀ, ਉਹ ਚਾਹੇ ਇੱਕ ਕਿਸ਼ਤ ਹੋਵੇ ਚਾਹੇ 5 ਹੋਣ, ਇਕੱਠੇ ਦੇ ਦਿਓ ਜੀ, ਤੁਸੀਂ 2 ਵਾਰ ਕਰਕੇ ਦੇ ਦਿਓ ਜੀ, ਤੁਸੀਂ 4 ਵਾਰ ਕਰਕੇ ਦੇ ਦਿਓ ਜੀ। 5 ਅਗਸਤ ਤੱਕ ਤੁਸੀਂ ਕਿਸ਼ਤਾਂ 'ਚ ਪੂਰੇ ਕਰ ਦਿਓ। ਹੁਣ ਕੁਝ ਲੋਕਾਂ ਨੇ 25%, 5000, 10000, 15000 ਦੈਟ ਮੀਨਸ ਤੁਸੀਂ ਇੱਕ ਕਿਸ਼ਤ ਜਾਂ 2 ਕਿਸ਼ਤਾਂ ਤੱਕ ਦੇ ਪੈਸੇ ਤਾਂ ਜਮ੍ਹਾਂ ਕਰਾਏ ਨੇ ਨਾ ਜੀ। ਕੋਰਟ ਦਾ ਆਰਡਰ ਤੁਸੀਂ ਫੋਲੋ ਕਰ ਲਿਆ ਨਾ ਇੱਕ ਤਰ੍ਹਾਂ ਦੇ, ਇੱਥੇ ਤੱਕ ਤੁਸੀਂ ਕੋਰਟ ਦਾ ਆਰਡਰ ਫੋਲੋ ਕਰ ਲਿਆ। ਹੁਣ ਜ਼ਿੰਮੇਵਾਰੀ ਸਕੂਲ ਦੀ ਬਣਦੀ ਹੈ ਜਾਂ ਪ੍ਰਸ਼ਾਸਨ ਦੀ ਬਣਦੀ ਹੈ ਕਿ ਉਹ ਤੁਹਾਨੂੰ ਰਿਜ਼ਲਟ ਵੀ ਦਿਵਾਵੇ। ਹੁਣ ਸਕੂਲਾਂ ਦੀ ਤੇ ਮਾਪਿਆਂ ਦੀ ਲੜਾਈ ਕਿਉਂ ਹੁੰਦੀ ਹੈ ਜੀ, ਕੰਟਰਾਡਿਕਸ਼ਨ ਪੈਦਾ ਕਿਉਂ ਹੁੰਦੀ ਹੈ? ਜੇ ਸਕੂਲ ਹੁਣ ਪਿੱਛੇ ਜੇ ਇੱਕ ਗੱਲ ਬੜੀ ਚੱਲੀ ਜੀ, ਟੀਚਰਸ ਬੜੇ ਖੜੇ ਹੋ ਗਏ ਜੀ, ਐਜੀਟੇਸ਼ਨ ਕਰ ਰਹੇ, ਸਕੂਲ ਖੋਲ੍ਹੋ ਜੀ, ਟੀਚਰ ਬੜੇ ਕਰ ਰਹੇ ਨੇ ਜੀ, ਪੇਰੈਂਟਸ ਬੜੇ ਖੜੇ ਹੋ ਗਏ ਜੀ। ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਜੀ ਕਹਿੰਦੇ ਜੀ ਅਸੀਂ ਤਾਂ ਬਹੁਤ ਸਾਨੂੰ ਤਾਂ ਬੜੀ ਚਿੰਤਾ ਲੱਗੀ ਹੋਈ ਹੈ ਜੀ, ਬੱਚਿਆਂ ਨੂੰ ਪੜ੍ਹਾਈ ਵੀ ਨਹੀਂ ਹੋ ਰਹੀ ਜੀ। ਉਹ ਭਾਈ ਸਾਹਿਬ, ਜੇ ਤੁਸੀਂ ਪੜ੍ਹਾਈ ਲਈ ਇੰਨੀ ਚਿੰਤਤ ਹੋ, ਇੰਨੇ ਸੁਹਿਰਦ ਹੋ, ਤਾਂ ਆਹ ਕੰਜਰਖਾਨਾ ਕਿਉਂ ਕਰਦੇ ਹੋ? ਮੈਂ ਹੁਣ ਵੈਸੇ ਜਿਹਾ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ, ਲੇਕਿਨ ਮੇਰੇ ਮੂੰਹ ਨਿਕਲ ਜਾਂਦਾ ਹੈ ਕਿ ਤੁਸੀਂ ਯਾਰ ਜਦੋਂ ਤੁਹਾਨੂੰ ਸੁਪਰੀਮ ਕੋਰਟ, ਤੁਸੀਂ ਸੁਪਰੀਮ ਕੋਰਟ ਗਏ ਹੋ, ਅਸੀਂ ਤਾਂ ਨਹੀਂ ਗਏ ਜੀ।
ਤੁਸੀਂ ਗਏ ਹੋ, ਤੁਸੀਂ ਇਹਨੂੰ ਫੋਲੋ ਕਰ ਲਓ। ਅੰਤਰਿਮ ਆਰਡਰ ਹੈ ਯਾਰ, ਲਾਸਟ ਆਰਡਰ ਆਊਗਾ ਫਿਰ ਆਪਾਂ ਉਦੋਂ ਦੇਖ ਲਾਂਗੇ। ਤੁਹਾਨੂੰ ਇੱਕ ਆਰਡਰ ਸੁਪਰੀਮ ਕੋਰਟ ਨੇ ਕਰਤਾ। ਹੋਰ ਮੈਂ ਤੁਹਾਨੂੰ ਇੱਕ ਹੋਰ ਐਡ ਕਰ ਦਿੰਦਾ, ਇੱਥੇ ਜਗਜੀਤ ਸਿੰਘ ਧੂਰੀ ਜੀ ਪ੍ਰਧਾਨ ਕਹਾਉਂਦੇ ਆਪਣੇ ਆਪ ਨੂੰ। ਮੈਨੂੰ ਮਤਲਬ ਬੜਾ ਹੈਰਾਨੀਜਨਕ ਗੱਲ ਹੁੰਦੀ ਹੈ ਕਿ ਜਗਜੀਤ ਸਿੰਘ ਧੂਰੀ ਜੀ ਮੀਟਿੰਗ ਕਰਦੇ ਆ ਜਿੰਨੀਆਂ ਪੰਜਾਬ ਦੀਆਂ ਪ੍ਰਾਈਵੇਟ ਸਕੂਲ ਦੀਆਂ ਐਸੋਸੀਏਸ਼ਨਸ ਨੇ ਜੀ, ਔਰ ਉਹਨਾਂ ਦੇ ਬਿਹਾਫ ਦੇ ਉੱਤੇ ਰਾਈਟਿੰਗ 'ਚ ਇੱਕ ਲੈਟਰ ਕੱਢਦੇ ਜੀ। ਰਾਈਟਿੰਗ 'ਚ ਪੂਰੇ ਪੰਜਾਬ ਦੇ ਡੀਓਜ਼ ਨੂੰ ਇੱਕ ਲੈਟਰ ਲਿਖਦੇ ਆ ਕਿ ਜੇ ਸੁਪਰੀਮ ਕੋਰਟ ਦੇ ਆਰਡਰਾਂ ਦੀ ਇਨਵੈਨ ਪਾਲਣਾ ਕਰਾਈ ਜਾਵੇ ਜੀ। ਅਸੀਂ ਤਾਂ ਖੁਦ ਕਹਿੰਦੇ ਆ ਭਾਈ ਸਾਹਿਬ, ਜੇ ਤੁਸੀਂ ਕਹਿੰਦੇ ਇਨਵੈਨ ਪਾਲਣਾ ਕਰਾਈ ਜਾਵੇ ਫਿਰ ਕਰਾ ਲਓ। ਮੰਨਦੇ ਤਾਂ ਤੁਹਾਡੇ ਸਕੂਲ ਨਹੀਂ ਗਏ, ਜੇ ਤੁਹਾਡੇ ਤੁਸੀਂ ਕਾਹਦੇ ਪ੍ਰਧਾਨ ਹੋ ਗਏ? ਜੇ ਤੁਹਾਡੇ ਸਕੂਲਾਂ ਨੇ ਤੁਹਾਡੀ ਗੱਲ ਹੀ ਨਹੀਂ ਮੰਨੀ। ਮੈਂ ਜੇ ਪੰਜਾਬ 'ਚ ਨੂੰ ਡੀਲ ਕਰਨ ਦੀ ਕੋਸ਼ਿਸ਼ ਕਰਦਾ, ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਤੇ ਜੇ ਮੇਰੀ ਪੇਰੈਂਟਸ ਨੇ ਮੰਨਣੀ ਨਹੀਂ ਤਾਂ ਫਿਰ ਮੇਰੀ ਕੋਈ ਵੈਲਿਊ ਨਹੀਂ, ਫਿਰ ਮੈਨੂੰ ਗੱਲ ਨਹੀਂ ਕਰਨੀ ਚਾਹੀਦੀ। ਅਸੀਂ ਇੱਕ ਗੱਲ ਕਹਿੰਦੇ ਹਾਂ ਜੀ ਵੀ ਦੇਖੋ, ਸਕੂਲਾਂ ਨੂੰ ਇਸ ਆਰਡਰ ਦਾ ਰਿਗਾਰਡ ਕਰਨਾ ਚਾਹੀਦਾ ਜੀ। ਆਫਿਸਰ ਤੱਕ ਤਾਂ ਗੱਲ ਹੀ ਨਹੀਂ ਜਾਣੀ ਚਾਹੀਦੀ ਸੀ। ਪਹਿਲਾਂ ਤਾਂ ਸਭ ਤੋਂ ਜੇ ਸਟਾਰਟ ਕਰੀਏ, ਜੇ ਸਕੂਲਾਂ ਦਾ ਐਮੀਕੇਬਲੀ ਬੈਠ ਕੇ ਪੇਰੈਂਟਸ ਨਾਲ ਹੀ ਸੈਟਿੰਗ ਹੋ ਜਾਂਦੀ ਕਿ ਦੇਖੋ ਜੀ ਆਪਣੇ ਇੰਨੇ ਖਰਚੇ ਹੋਣੇ, ਆਪਾਂ ਟੀਚਰਾਂ ਨੂੰ ਤਨਖਾਹ ਵੀ ਦੇਣੀ ਆ, ਉਹਦੇ ਬਾਰੇ ਵੀ ਥੋੜ੍ਹੀ ਗੱਲ ਆਪਾਂ ਕਰਾਂਗੇ, ਉਹ ਇੱਥੇ ਹੀ ਨਿਬੜ ਜਾਣਾ ਸੀ। ਕੋਰਟ ਕਚਹਿਰੀ ਜਾਣ ਦੀ ਲੋੜ ਨਹੀਂ ਸੀ ਪੈਣੀ, ਲੋੜ ਨਹੀਂ ਜਾਣੇ। ਦੇਖੋ ਜਾਣਾ ਵੀ ਨਹੀਂ ਚਾਹੀਦਾ। ਮੇਰੀ ਇੱਕ ਵਾਰ ਇੱਕ ਸਕੂਲ ਸਾਡੇ ਨਨਕਾਣਾ ਸਾਹਿਬ ਪਬਲਿਕ ਸਕੂਲ ਆ, ਉਹਨਾਂ ਦੇ ਚੇਅਰਮੈਨ ਸੀਗੇ ਲਖਵਾਲ ਸਾਹਿਬ। ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਲੀਗਲ ਖਰਚੇ ਪਾਉਣੇ ਹੋ, ਮੈਂ ਜੋੜਨਾ ਥੋੜ੍ਹਾ ਜਿਹਾ, ਲੀਗਲ ਖਰਚੇ ਪਾਉਣੇ। ਮੈਂ ਕਿਹਾ ਲਖਵਾਲ ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਆਪਾਂ ਕੋਈ 2 ਨੰਬਰ ਦਾ ਧੰਦਾ ਕਰਦੇ ਹਾਂ ਜੀ? ਆਪਾਂ ਕੋਈ ਇਲੀਗਲ ਕੰਮ ਕਰਦੇ ਹਾਂ ਜੀ ਕਿ ਸਾਡੇ ਕੋਲੇ ਲੀਗਲ ਵਕੀਲ ਰੱਖਣੇ ਪੈਂਦੇ ਨੇ? ਯਾਰ ਅਸੀਂ ਐਜੂਕੇਸ਼ਨ ਇੰਸਟੀਟਿਊਸ਼ਨ ਚਲਾਉਂਦੇ ਹਾਂ, ਅਸੀਂ ਤਾਂ ਬੱਚਿਆਂ ਨੂੰ, ਸਮਾਜ ਨੂੰ ਸੇਧ ਦੇਣੀ ਹੈ, ਸਾਨੂੰ ਕੀ ਲੋੜ ਪੈਂਦੀ ਹੈ? ਸੋ ਇਹ ਮਾਮਲਾ ਕੋਰਟ 'ਚ ਜਾਣਾ ਹੀ ਨਹੀਂ ਚਾਹੀਦਾ। ਜੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹੈ ਜਾਂ ਪ੍ਰਾਈਵੇਟ ਸਕੂਲ ਦੇ ਮੈਨੇਜਮੈਂਟ ਦੇ ਲੋਕ ਇੰਨੇ ਸੁਹਿਰਦ ਹੁੰਦੇ ਬੱਚਿਆਂ ਦੇ ਪ੍ਰਤੀ, ਸੋ ਇਸ ਚੀਜ਼ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਸ ਨੂੰ ਅੱਜ ਵੀ ਐਮੀਕੇਬਲੀ ਬੈਠੋ ਤੇ ਇਸ ਚੀਜ਼ ਨੂੰ ਫੋਲੋ ਕਰੋ। ਕੋਈ ਗੱਲ ਨਹੀਂ ਯਾਰ, ਤੁਹਾਨੂੰ ਇਹ ਗੱਲ ਮੈਂ ਜਗਜੀਤ ਸਿੰਘ ਧੂਰੀ ਦਾ ਜ਼ਿਕਰ ਹੁਣ ਇੱਥੇ ਕਿਉਂ ਕੀਤਾ ਜੀ? ਇਸੇ ਆਰਡਰ ਨੂੰ ਲੈ ਕੇ ਉਹ ਕਿੰਨੀ ਵਾਰ ਕਿੰਨੇ ਚੈਨਲਾਂ ਤੇ ਬੈਠ ਕੇ ਡਿਬੇਟ ਕਰਦੇ ਨੇ ਜੀ। ਹੁਣ ਉਹ ਕਹਿੰਦੇ ਜੀ ਸਕੂਲ ਖੋਲ੍ਹਣੇ ਆ, ਸਰਕਾਰ ਨੇ ਕਹਿੰਦਾ 10 ਤਰੀਕ ਤੱਕ ਬੰਦ ਕਰ ਦਿਓ ਜੀ, 31 ਤਰੀਕ ਤੋਂ ਬਾਅਦ 30 ਤਰੀਕ ਨੂੰ ਆਰਡਰ ਆਇਆ ਸੀ। ਪ੍ਰਾਈਵੇਟ ਸਕੂਲ ਐਸੋਸੀਏਸ਼ਨਾਂ ਨੇ ਇਕੱਠੇ ਹੋ ਕੇ ਕੀ ਬਿਆਨ ਦਿੱਤਾ ਜੀ ਕਿ ਜੀ ਜੇ ਪੰਜਾਬ ਸਰਕਾਰ ਨੇ 10 ਤਰੀਕ ਤੋਂ ਬਾਅਦ ਸਕੂਲ ਨਾ ਖੋਲ੍ਹੇ ਤੇ ਅਸੀਂ ਪੰਜਾਬ ਸਰਕਾਰ ਦੇ ਹੁਕਮ ਨਹੀਂ ਮੰਨਣੇ, ਅਸੀਂ ਧੱਕੇ ਨਾਲ ਸਕੂਲ ਖੋਲਾਂਗੇ ਜੀ। ਬਿਲਕੁਲ। ਉਹ ਭਾਈ ਸਾਹਿਬ, ਮੈਂ ਫਿਰ ਉਹੀ ਗੱਲ ਕਹਿਣਾ, ਤੁਸੀਂ ਐਜੂਕੇਸ਼ਨਲ ਇੰਸਟੀਚਿਊਟ ਚਲਾਉਣੇ ਹੋ, ਤੁਸੀਂ ਸਮਾਜ ਨੂੰ ਸੇਧ ਦੇਣੀ ਹੈ, ਤੁਸੀਂ ਇਹ ਜਿਹੀਆਂ ਗੱਲਾਂ ਨਾ ਕਰੋ, ਥ੍ਰੈਟ ਨਾ ਕਰੋ। ਤੁਸੀਂ ਸਿੱਧਾ ਸਰਕਾਰ ਨੂੰ ਚੈਲੰਜ ਕਰ ਰਹੇ ਹੋ। ਤੁਸੀਂ ਤਾਂ ਪੈਰਲਲ ਗਵਰਨਮੈਂਟ ਚਲਾਉਣ ਦੀ ਗੱਲ ਕਰ ਰਹੇ ਹੋ। ਇਹਦਾ ਮਤਲਬ ਇਹ ਹੋਇਆ ਨਾ ਕਿ ਤੁਸੀਂ ਤਾਂ ਕਿਸੇ ਦੀ ਸੁਣਨੀ ਨਹੀਂ ਬਾਈ ਜੀ, ਠੀਕ ਹੈ। ਹੁਣ ਉੱਥੇ ਉਸੇ ਪੈਨਲ ਡਿਸਕਸ਼ਨ 'ਚ ਜਗਜੀਤ ਸਿੰਘ ਧੂਰੀ ਜੀ ਇੱਕ ਗੱਲ ਕਹਿੰਦੇ ਨੇ ਜੀ, ਉਹ ਕਹਿੰਦੇ ਅਸੀਂ ਬੱਚਿਆਂ ਲਈ ਬਹੁਤ ਚਿੰਤਤ ਆ ਜੀ, ਬੱਚਿਆਂ ਦੀ ਪੜ੍ਹਾਈ ਲਈ ਸਾਨੂੰ ਬੜਾ ਫਿਕਰ ਹੈ ਜੀ ਕਿ ਖੋਲ੍ਹੇ ਜਾਣੇ ਚਾਹੀਦੇ ਸਕੂਲ। ਉੱਥੇ ਗੱਲ ਕਰਦੇ ਕਹਿੰਦੇ ਹੁੰਦੇ ਨੇ ਵੀ ਚੋਰ ਨੂੰ ਦੇ ਮੂੰਹ ਆਪਦੀ ਸੱਚਾਈ ਨਿਕਲ ਜਾਂਦੀ ਹੈ ਜੀ। ਜਗਜੀਤ ਸਿੰਘ ਧੂਰੀ ਜੀ ਚੈਨਲ ਤੇ ਬੈਠੇ ਮੈਂ ਉਹਦੀ 3 ਵਾਰ ਇਹ ਵਰਡਿੰਗ ਸੁਣੀ ਹੈ ਜੀ ਕਿ ਸਰਕਾਰ ਇੱਕ ਗੱਲ ਸਾਡੀ ਮੰਨ ਲਵੇ ਜੀ, ਸਕੂਲ ਬੰਦ ਕਰ ਦੇਵੇ ਅਸੀਂ ਮੰਨ ਲੈਂਦੇ ਹਾਂ, ਸਰਕਾਰ ਸਾਡੇ ਟੀਚਿੰਗ ਦੀ, ਨੌਨ ਟੀਚਿੰਗ ਸਟਾਫ ਦੀਆਂ ਸੈਲਰੀਆਂ ਦੇਣੀਆਂ ਮੰਨ ਲਵੇ ਜੀ। ਟੀਚਿੰਗ ਸਟਾਫ ਤੇ ਨੌਨ ਟੀਚਿੰਗ ਸਟਾਫ ਦੀਆਂ ਸੈਲਰੀਆਂ ਦੇਣੀਆਂ ਮੰਨ ਲਵੇ, ਔਰ 2 ਮਹੀਨੇ ਛੱਡ ਕੇ 3 ਮਹੀਨੇ ਸਕੂਲ ਬੰਦ ਕਰ ਦੇਵੇ, ਸਾਨੂੰ ਕੋਈ ਦਿੱਕਤ ਨਹੀਂ ਜੀ। ਉਹ ਭਾਈ ਸਾਹਿਬ ਇੱਕ ਪਾਸੇ ਤੁਸੀਂ ਐਜੀਟੇਸ਼ਨ ਕਰ ਰਹੇ ਹੋ, ਮਤਲਬ ਉਹਨਾਂ ਦੇ ਕਹਿਣੀ ਤੇ ਕਥਨੀ 'ਚ ਫਰਕ ਹੈ। ਮੈਨੂੰ ਕੰਪਲੀਟ ਕਰ ਲੈਣਾ ਜੀ। ਮਤਲਬ ਇਸ ਗੱਲ ਤੋਂ ਸਾਫ਼ ਉਹਨਾਂ ਦਾ ਲਾਲਚ ਝਲਕਦਾ ਹੈ ਕਿ ਤੁਸੀਂ ਪੈਸੇ ਇਕੱਠੇ ਕਰ ਰਹੇ ਹੋ, ਤੁਹਾਨੂੰ ਹੋਰ ਮਤਲਬ ਨਹੀਂ, ਇਹਦਾ ਮਤਲਬ ਪੜ੍ਹਾਈ ਨਾਲ ਕੋਈ ਮਤਲਬ ਨਹੀਂ। ਅਸੀਂ ਹੁਣ ਜਿਹੜੀ 7 ਤਰੀਕ ਨੂੰ ਮੀਟਿੰਗ ਕੀਤੀ ਹੈ ਜੀ, ਮੈਂ ਜਗਜੀਤ ਸਿੰਘ ਧੂਰੀ ਜੀ ਦੇ ਮਤਲਬ ਉਹ ਪੇਰੈਂਟਸ ਐਸੋਸੀਏਸ਼ਨਾਂ ਦੇ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨੇ, ਮੈਂ ਤਾਂ ਉਹਨਾਂ ਦਾ ਨਾਮ ਲੈ ਰਿਹਾ। ਮੈਂ ਇੱਥੇ ਸਾਰੀਆਂ ਪੰਜਾਬ ਦੀਆਂ ਸਾਰੀਆਂ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਜਿੰਨੇ ਅਹੁਦੇਦਾਰ ਉਹਨਾਂ ਨੂੰ ਮੈਂ ਚੈਲੰਜ ਕਰਦਾ ਜੀ ਇੱਥੇ ਕਿ ਜੇ ਤੁਸੀਂ ਉਹਨਾਂ ਨੂੰ ਪ੍ਰਧਾਨ ਮੰਨਦੇ ਹੋ, ਜੇ ਉਹਨਾਂ ਨੇ ਕੋਈ ਗੱਲ ਟੀਵੀ ਚੈਨਲ ਤੇ ਬੈਠ ਕੇ ਕਹੀ ਜਾਂ ਇੱਥੇ ਬੈਠ ਕੇ ਮੈਂ ਕਹਿ ਰਿਹਾ, ਜੇ ਮੈਂ ਆਪਣੀ ਗੱਲ ਤੋਂ ਮੁਕਰਾਂ, ਅਸੀਂ ਕਹਿੰਦੇ ਤੁਸੀਂ ਸਰਕਾਰ ਤੋਂ ਨਾ ਮੰਗੋ, ਤੁਹਾਨੂੰ ਟੀਚਰਾਂ ਦੀਆਂ, ਨੌਨ ਟੀਚਿੰਗ ਸਟਾਫ ਦੀਆਂ ਜਾਂ ਹੋਰ ਵੀ ਥੋੜਾ ਕੋਈ ਖਰਚਾ ਮਾੜਾ ਮੋਟਾ ਹੈਗਾ, ਤੁਸੀਂ ਸਰਕਾਰ ਤੋਂ ਮੰਗੋ ਨਾ ਜਾਈ। ਅਸੀਂ ਵਿਦ ਐਫੀਡੇਵਿਟ ਦਿੰਦੇ ਹਾਂ ਜੀ, ਲਿਖ ਕੇ ਐਫੀਡੇਵਿਟ ਲਿਖ ਕੇ ਲੈ ਕੇ ਗਏ। ਮੈਂ 7 ਤਰੀਕ ਨੂੰ ਪ੍ਰੈਸ 'ਚ ਰਿਲੀਜ਼ ਕੀਤਾ ਕਿ ਇਹ ਕਾਨੂੰਨੀ ਦਸਤਾਵੇਜ਼ ਦੇਵਾਂਗੇ ਤੁਹਾਨੂੰ ਕਿ ਤੁਹਾਡੇ ਨੌਨ ਟੀਚਿੰਗ ਸਟਾਫ ਦੀਆਂ ਸੈਲਰੀਆਂ ਪੇਰੈਂਟਸ ਦੇਣਗੇ ਜੀ। ਇਮਾਨਦਾਰੀ ਰੱਖੋ, ਇਮਾਨਦਾਰੀ ਨਾਲ ਦੱਸ ਦਿਓ ਜੀ ਸਾਡੇ ਟੀਚਰਾਂ ਦੀ ਸੈਲਰੀ ਇੰਨੇ, ਨੌਨ ਟੀਚਿੰਗ ਸਟਾਫ ਦੀਆਂ ਇੰਨੀਆਂ ਸੈਲਰੀਆਂ, ਇੰਨੇ ਪੈਸੇ ਦਾ ਸਾਨੂੰ ਖਰਚਾ, ਤੁਸੀਂ ਛੱਡੋ ਯਾਰ ਸਰਕਾਰ ਨੂੰ, ਅਸੀਂ ਦਿੰਦੇ ਹਾਂ, ਪੇਰੈਂਟਸ ਦੇਣਗੇ ਤੁਹਾਨੂੰ। ਹੁਣ ਜ਼ਿਆਦਾ ਤੁਸੀਂ ਆਪਣੀ ਗੱਲ ਤੇ ਕਾਇਮ ਰਹੋ ਨਾ, ਖੜੋ ਫਿਰ। ਇੱਕ ਪਾਸੇ ਤੁਸੀਂ ਸਕੂਲ ਖੋਲ੍ਹਣੇ, ਬੱਚਿਆਂ ਦਾ ਬੜਾ ਫਿਕਰ ਹੈ ਸਾਨੂੰ, ਇੱਕ ਪਾਸੇ ਤੁਹਾਨੂੰ ਟੀਚਰਾਂ ਦਾ ਫਿਕਰ ਪੈ ਗਿਆ। ਹੁਣ ਅਸੀਂ ਤਾਂ ਚੈਲੰਜ ਕਰਦੇ ਹਾਂ ਉਹਨਾਂ ਨੂੰ ਵੀ ਆ ਜਾਓ ਭਾਈ ਹੁਣ ਮੈਦਾਨ 'ਚ। ਹੁਣ ਗੱਲ ਕੀ ਹੈ, ਅਸੀਂ ਕਹਿਤੀ ਗੱਲ ਉਹਨਾਂ ਨੂੰ, ਚੈਲੰਜ ਵੀ ਕਰਤਾ, ਲੀਗਲ ਡਾਕੂਮੈਂਟ ਵੀ ਕਹਿਤਾ ਦੇ ਦਿੰਦੇ ਹਾਂ। ਗੱਲ ਫਿਰ ਕਹਿੰਦੇ ਹੁੰਦੇ ਨਾ ਵੀ ਉਹ ਪੰਚਾਂ ਦਾ ਕਿਹਾ ਸਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ਹੀ। ਯਾਰ ਤੁਸੀਂ ਦੇਣ ਲੱਗੇ ਤਾਂ ਬੈਲੈਂਸ ਸ਼ੀਟਾਂ ਤੁਹਾਡੀ ਜਾਨ ਨਿਕਲ ਗਈ ਆ।
ਦੇਣਾ ਤਾਂ ਤੁਸੀਂ ਹਿਸਾਬ ਨਹੀਂ ਹੈਗਾ। ਬਿਲਕੁਲ ਗੱਲ ਤੁਸੀਂ ਕਹਿੰਦੇ ਹੋ ਸਾਨੂੰ ਦੇ ਦਿਓ ਜਾਂ ਹਿਸਾਬ ਦਿਓ ਕਰੋ ਆ ਜਾਓ ਫਿਰ ਤਾਂ ਮਸਲਾ ਹੀ ਨਿਬੜ ਗਿਆ। ਸੋ ਇਹ ਗੱਲ ਹੈ ਵੀ ਕਿਤੇ ਨਾ ਕਿਤੇ ਸਿਰਫ ਲਾਲਚ ਦਾ ਵਸ ਹੈ ਜੀ। ਫੀਸਾਂ ਇਕੱਠੀਆਂ ਕਰਨੀਆਂ, ਨਵਾਂ ਸੈਸ਼ਨ ਆਇਆ, ਸਕੂਲਾਂ ਨੂੰ ਖੋਲ੍ਹਣ ਦੀ ਕਵਾਇਤ ਵੀ ਇਸੇ ਕਰਕੇ ਸ਼ੁਰੂ ਹੋਈ ਸੀਗੀ ਜੀ। ਸੋ ਇੱਥੇ ਜਿਹੜੀ ਗੱਲ ਨਿਕਲ ਕੇ ਸਾਫ਼ ਹੋਈ ਹੈ ਕਿ ਹੁਣ ਜਿਹੜੇ ਮਾਪੇ ਹੈ ਉਹ ਜਿਹੜਾ ਸੁਪਰੀਮ ਕੋਰਟ ਵੱਲੋਂ ਅੰਤਰਿਮ ਆਰਡਰ ਪਾਸ ਕੀਤਾ ਗਿਆ ਉਸ ਅਨੁਸਾਰ ਸਿਰਫ ਤੇ ਸਿਰਫ ਫੀਸਾਂ ਦੇਣ ਦੇ ਲਈ ਹੱਕਦਾਰ ਨੇ। ਤੇ ਨਾਲ ਹੀ ਨਾਲ ਜੇ ਅਗਲੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਬੱਚੇ ਦਾ ਰਿਜ਼ਲਟ ਜਾਂ ਉਹਨੂੰ ਪੜ੍ਹਾਈ ਤੋਂ ਮੁਨਕਰ ਹੈ ਜਿਹੜਾ ਉਹ ਸਕੂਲ ਵੱਲੋਂ ਨਹੀਂ ਕੀਤਾ ਜਾ ਸਕਦਾ। ਇਹ ਸੁਪਰੀਮ ਕੋਰਟ ਵੱਲੋਂ ਪਾਸ ਕੀਤੇ ਹੋਏ ਅੰਤਰਿਮ ਆਰਡਰ ਦੇ ਵਿੱਚ ਲਿਖਿਆ ਹੋਇਆ। ਸੋ ਸਰਕਾਰ ਦੇ ਨਾਲ ਜਿੱਥੇ ਕੋਰਟ ਦੇ ਵਿੱਚ ਇਹ ਕੇਸ ਪੈਂਡਿੰਗ ਹੈ, ਇਹਦਾ ਜਿਹੜਾ ਅੰਤਿਮ ਫੈਸਲਾ ਉਹ ਆਉਣਾ ਹੈ, ਉਸ ਅਨੁਸਾਰ ਹੀ ਜਿਹੜੀ ਅਗਲੀ ਕਾਰਵਾਈ ਕੀਤੀ ਜਾਣੀ ਹੈ। ਪਰ ਅੰਤਰਿਮ ਜਿਹੜਾ ਫੈਸਲਾ ਹੈ ਉਹ ਕਿਤੇ ਨਾ ਕਿਤੇ ਮਾਪਿਆਂ ਨੂੰ ਜਿਹੜਾ ਰਿਲੀਫ ਦੇਣ ਵਾਲਾ ਜ਼ਰੂਰ ਨਜ਼ਰ ਆਉਂਦਾ। ਇਸੇ ਤਰ੍ਹਾਂ ਹੀ ਨਵੀਆਂ ਜਾਣਕਾਰੀਆਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।